ਕੀ ਨਾਮ ਆ ਆਪਣਾ? ਹਰੀਦਰਸ਼ਨ ਸਰ। ਹਰੀਦਰਸ਼ਨ। ਤੇ ਨਾਲੇ ਕਹਿੰਦੇ ਸੂਰਦਾਸ ਹੈ। ਇਹ ਸੂਰਦਾਸ ਤਾਂ ਅੱਖਾਂ ਤੋਂ ਦਿਖਦਾ ਨਹੀਂ ਤਾਂ ਸੂਰਦਾਸ ਕਹਿੰਦੇ ਨੇ ਸਰ। ਬਚਪਨ ਤੋਂ ਹੀ ਤੁਸੀਂ ਦੱਸ ਰਹੇ ਹੋ ਕਿ ਰਾਤ ਨੂੰ ਤਾਂ ਬਿਲਕੁਲ ਨਹੀਂ ਸੀ ਦਿੰਦਾ, ਦਿਨ 'ਚ ਮਾੜਾ ਮੋਟਾ ਦਿਖਦਾ ਸੀ। ਮਾੜਾ ਮੋਟਾ ਦਿਖਦਾ ਤੇ ਕਿੰਨੀ ਉਮਰ ਤੱਕ ਤੁਹਾਨੂੰ ਸਹੀ ਦਿਖਦਾ ਰਿਹਾ ਦਿਨ 'ਚ? ਤੁਹਾਡੇ ਕੋਲ ਸਕੂਟਰੀ ਆ, ਅੱਖਾਂ ਤੋਂ ਕਹਿੰਦੇ ਦਿਖਦਾ ਨਹੀਂ, ਫਿਰ ਵੀ ਸਕੂਟਰੀ ਚਲਾਉਂਦੇ ਹੋ। ਚੰਡੀਗੜ੍ਹ ਗਿਆ ਆਪਦੀਆਂ ਅੱਖਾਂ ਚੈੱਕ ਕਰਾਉਣ, ਮੈਂ ਆਪਦੀ ਸਕੂਟਰੀ ਆਪ ਚਲਾਈ ਹੈ। ਸਕੂਟਰੀ ਆਪ ਚਲਾ ਕੇ ਗਿਆ ਚੰਡੀਗੜ੍ਹ? हाँ जी पीजीआई क्योंकि मेरे ड्राइवर असली देखने वाला घर वाली है। ਘਰ ਵਾਲੀ ਡਰਾਈਵਰ ਆ? हाँ ये चूगा फड़ के रख दिए पिछों, जे इन्हें सज्जे मोड़ना होंदा ते ये सज्जे चूगा खिंच दूगी, खब्बे मोड़ना खब्बे खिंच दूगी, जे बाई चांस मूरे कुछ आगे ने मगर खिंच देना। ਬਾਈ ਫੇਰ ਤਾਂ ਇਹ ਜਿੱਦਾਂ ਬੈਲ ਗੱਡੀ 'ਚ ਉਹਦੇ ਨੱਥ ਪਾਈ ਹੁੰਦੀ ਆ ਬੌਲਦ ਦੇ, ਬਸ। ਉਦਾਂ ਕੰਮ ਲੈਂਦੀ ਆ ਤੇ ਤੋਂ। ਅੱਗੇ ਕੀ ਸੋਚਦੇ ਹੋ ਕਿ ਬੱਚਿਆਂ ਦੀ ਵੀ ਤੁਹਾਡੇ ਤਰ੍ਹਾਂ ਹੀ ਜ਼ਿੰਦਗੀ ਹੋਵੇ? ਪੜ੍ਹਾਉਣ ਬਾਰੇ ਸਰਕਾਰੀ ਸਕੂਲ ਬਹੁਤ ਵਧੀਆ ਬਣਾ ਦਿੱਤੇ ਗਏ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ, ਬਹੁਤ ਸਹੂਲਤਾਂ ਦੇ ਐਲਾਨ ਕੀਤੇ ਜਾ ਰਹੇ ਨੇ। ਬਾਈ ਸਕੂਲ 'ਚ ਪੜ੍ਹਨ ਪਾਓ ਬੱਚਿਆਂ ਨੂੰ, ਆਧਾਰ ਕਾਰਡ ਵਗੈਰਾ ਤਾਂ ਹੋਣਗੇ ਤੁਹਾਡੇ ਕੋਲ, ਜਨਮ ਸਰਟੀਫਿਕੇਟ ਤਾਂ ਹੋਣਗੇ ਬੱਚਿਆਂ ਦੇ। हाँ सर इन्हां दी जन्म तिथि हैगी, वो जन्म पत्री हैगी है। ਹੈਗੀ ਆ? ਤੇ ਬਾਈ ਇੱਥੇ ਆਂਗਣਵਾੜੀ 'ਚ ਭੇਜੋ ਤੁਸੀਂ, ਕੋਈ ਨਹੀਂ ਰੋਕੂਗਾ ਤੁਹਾਨੂੰ। ਹੁਣ ਇਹ ਜਦ ਫੇਰੀ ਲਾ ਕੇ ਆਉਂਦੇ ਨੇ ਆਥਣੇ, ਜਿੰਨਾ ਕੁਝ ਮਿਲਦਾ ਆਪਾਂ ਵੰਡ ਕੇ ਛਕ ਲੈਂਦੇ। ਵੈਸੇ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੈਸੇ ਪਾਣੀ ਪੀ ਕੇ ਟਾਈਮ ਪਾਸ ਕਰਦੇ ਆਂ ਭਾਈ, ਕਿਉਂਕਿ ਕੀ ਟਾਈਮ ਪਾਸ ਕਰ ਦੋ ਬਾਈ? ਬਸ ਸਰ ਅੱਜ ਪਾਣੀ ਪੀ ਕੇ ਟਾਈਮ ਪਾਸ ਕੀਤਾ ਬਾਈ? ਮੰਗ ਕੇ ਖਾਣਾ ਗੁਜ਼ਾਰਾ ਹੋ ਜਾਂਦਾ, ਮਹਿੰਗਾਈ ਬਹੁਤ ਆ। ਲੋਕ ਤਾਂ ਏਸੀਆਂ 'ਚ ਵੀ ਕਹਿੰਦੇ ਨੇ ਕਿ ਗਰਮੀ ਆ, ਤੁਸੀਂ ਯਾਰ ਬੈਠੇ ਹੋ ਇਦਾਂ ਹੀ, ਮੱਛਰ ਲੜ ਰਿਹਾ, ਮੱਖੀਆਂ ਭਿਣਕ ਰਹੀਆਂ ਨੇ, ਹਾਲਾਤ ਕੀ ਨੇ? ਇਦਾਂ ਗੁਜ਼ਾਰਾ ਕਿੱਦਾਂ ਚੱਲਦਾ ਬਾਈ? ਮੰਗ ਕੇ ਤੁਸੀਂ ਰੋਟੀ ਪੂਰੀ ਪੈ ਜਾਂਦੀ ਆ, ਮਿਲ ਜਾਂਦੀ ਆ? ਦੋਵਾਂ ਬੱਚੇ ਨੂੰ ਦਿਖਾਇਆ ਆਪਣੇ ਤਰਖੇੜੀ ਦੇ ਡਾਕਟਰਾਂ ਨੇ ਪੈਸਾ, ਕਦੇ ਲੈਂਦੇ ਵੀ ਨੇ ਕਦੇ ਨਹੀਂ ਵੀ ਲੈਂਦੇ ਨੇ। ਬਿਲਕੁਲ ਲਓ ਬਾਈ, ਫਿਰ ਤੁਸੀਂ ਨਾ ਉਹ ਕਰ ਦਿਓ, ਘੜਾ ਜ਼ਰੂਰ ਲਿਆਓ, ਆ ਫੜਿਓ। ਇਹ ਜ਼ਿੰਦਗੀ ਦੀ ਜੰਗ ਹੈ, ਇਹ ਲੜਨੀ ਪੈਂਦੀ ਹੈ। ਆਪ ਦਾ ਨੰਬਰ ਆਪਣਾ ਹੈਗਾ 6283 88 64 ਤੇ 68। ਬੇਸ਼ੁਕਰੇ ਹੁੰਦੇ ਨੇ ਜਿਹੜੇ ਸਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਮਨਵਿੰਦਰ ਸਿੰਘ ਟਿਵਾਣਾ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਅੱਜ ਅਸੀਂ ਇੱਕ ਅਜਿਹੇ ਇਨਸਾਨ ਨੂੰ ਮਿਲਾਉਣ ਜਾ ਰਹੇ ਹਾਂ ਜਿਸ ਦੇ ਚਰਚੇ ਪੂਰੇ ਟੌੜੇ ਦੇ ਏਰੀਏ ਦੇ ਵਿੱਚ ਨੇ। ਆਲੇ ਦੁਆਲੇ ਪਿੰਡਾਂ 'ਚੋਂ ਪਤਾ ਲੱਗਿਆ ਕਿ ਇੱਥੇ ਟੌੜੇ ਮੰਡੀ ਦੇ ਵਿੱਚ ਇੱਕ ਅਜਿਹਾ ਇਨਸਾਨ ਰਹਿੰਦਾ ਏ ਜਿਨ੍ਹਾਂ ਨੂੰ ਢੋਲਕੀਆਂ ਵਾਲੇ ਕਿਹਾ ਜਾਂਦਾ। ਅਸੀਂ ਉਹਨਾਂ ਦਾ ਜਿਹੜੇ ਡੇਰੇ ਨੇ, ਜਿੱਥੇ ਪੜਾਅ ਲਾਏ ਵੇ ਨੇ ਮੰਡੀ 'ਚ, ਹੁਣ ਕਣਕ ਦਾ ਸੀਜ਼ਨ ਆ ਗਿਆ ਏ, ਉਹਨਾਂ ਦੇ ਜਿਹੜੇ ਡੇਰੇ ਨੇ, ਉਹ ਡੇਰੇ ਹੁਣ ਟੌੜਾ ਦੇ ਖੇਡ ਸਟੇਡੀਅਮ ਦੇ ਵਿੱਚ ਆ ਗਏ ਨੇ। ਕਬੱਡੀ ਕੱਪ ਹੁੰਦਾ ਜਿੱਥੇ, ਉੱਥੇ ਡੇਰੇ ਲਗਾਏ ਨੇ। ਉਹ ਇਨਸਾਨ ਦੀ ਜਿਹੜੀ ਖਾਸ ਗੱਲ ਆ ਉਹ ਦੱਸ ਰਿਹਾ। ਵੀਰ ਬੈਠਾ ਹੈ ਸਾਹਮਣੇ, ਨਾਲ ਉਹਦੀ ਮਿਸਿਜ ਆ, ਬੱਚੇ ਨੇ 2 ਗੁੜੀਆ, ਤੇ ਇਹ ਬਾਈ ਆ। ਨਾਮ ਵੈਸੇ ਤਾਂ ਕੁਝ ਹੋਰ ਆ, ਸ਼ਾਰਟ ਨਾਮ ਇਹਨੂੰ ਸੂਰਦਾਸ ਕਹਿੰਦੇ ਨੇ। ਸੋ ਸੂਰਦਾਸ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ। ਸੋ ਛੋਟੀ ਬੱਚੀ ਆ, ਇੱਕ ਬੱਚੀ ਉਸਦੀ, ਉਹ ਖੇਡ ਰਹੀ ਆ ਸਾਈਡ ਤੇ, ਤੁਹਾਨੂੰ ਦਿਖਾਉਂਦੇ ਆ, ਖੇਡ ਰਹੀ ਆ। ਤੇ ਸੂਰਦਾਸ ਦੀ ਜਿਹੜੀ ਮਿਸਿਜ ਆ, ਉਹਦੇ ਵੀ ਇੱਕੇ ਅੱਖ ਹੈ, ਅੱਖਾਂ 'ਚ ਉਹਦੇ ਵੀ ਕੋਈ ਦਿੱਕਤ ਆਈ ਆ। ਇੱਕ ਅੱਖ ਕਿਸੇ ਬਚਪਨ 'ਚ ਕਿਸੇ ਗੱਲ ਦੇ ਕਾਰਨ ਖਰਾਬ ਹੋ ਗਈ। ਸੋ ਸੂਰਦਾਸ ਨਾਲ ਗੱਲ ਕਰਦੇ ਆਂ, ਬੈਠਦੇ ਆਂ। ਹਾਂਜੀ ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਆ ਆਪਣਾ? ਹਰੀਦਰਸ਼ਨ ਸਰ। ਹਰੀਦਰਸ਼ਨ। ਤੇ ਨਾਲੇ ਕਹਿੰਦੇ ਸੂਰਦਾਸ ਹੈ। ਇਹ ਸੂਰਦਾਸ ਤਾਂ ਅੱਖਾਂ ਤੋਂ ਦਿਖਦਾ ਨਹੀਂ ਤਾਂ ਸੂਰਦਾਸ ਕਹਿੰਦੇ ਨੇ ਸਰ। ਸਾਰੇ ਆਲੇ ਦੁਆਲੇ ਏਰੀਏ 'ਚ ਸੂਰਦਾਸ ਹੀ ਕਹਿੰਦੇ ਨੇ ਬਾਈ? ਹਾਂ ਸੂਰਦਾਸ ਕਹਿੰਦੇ ਨੇ ਸਰ। ਮੈਂ ਆਪਣੇ ਆਪ ਹੀ ਸੂਰਦਾਸ ਨਾਮ ਦੱਸਦਾ ਕਿ ਹੁਣ ਦਿਖਦਾ ਨਹੀਂ ਤੇ ਸੂਰਦਾਸ ਹੀ ਕਹਿੰਦੇ ਨੇ। ਸੂਰਦਾਸ ਕਹਿੰਦੇ ਨੇ। ਹਾਂ। ਪਹਿਲਾਂ ਤਾਂ ਸਭ ਤੋਂ ਪਹਿਲਾਂ ਸਵਾਲ ਇਹੀ ਕਿ ਅੱਖਾਂ ਦੀ ਰੋਸ਼ਨੀ ਕਿਸ ਤਰ੍ਹਾਂ ਗਈ, ਕਿ ਬਚਪਨ ਤੋਂ ਹੀ ਰੋਸ਼ਨੀ ਨਹੀਂ ਹੈਗੀ? ਕੀ ਕਾਰਨ ਹੋਇਆ ਕਿ ਨਾਮ ਸੂਰਦਾਸ ਦੱਸਣਾ ਪੈ ਗਿਆ? ਇਹ ਉਹ ਵਿਧਾਤਾ ਦੀ ਖੇਡ ਹੈ ਸਰ। ਮੈਂ
ਮਾਂ ਦੇ ਪੇਟ ਵਿੱਚੋਂ ਇਸ ਤਰ੍ਹਾਂ ਹੀ ਹੈਗਾ। ਪਹਿਲਾਂ ਮੈਨੂੰ ਰਾਤ ਨੂੰ ਬਿਲਕੁਲ ਹੀ ਨਹੀਂ ਦਿਖਦਾ ਸੀ ਔਰ ਦਿਨੇ ਮੈਨੂੰ ਦਿਖਦਾ ਸੀ। ਮੈਂ ਇਕੱਲਾ ਤੁਰ ਲੈਂਦਾ ਸੀ, ਪਿੰਡ 'ਚ ਮੰਗ ਲਿਆਉਂਦਾ ਸੀ ਤੇ ਹੌਲੀ ਹੌਲੀ ਇਸ ਤਰ੍ਹਾਂ ਹੈ ਕਿ ਪਹਿਲਾਂ ਮੈਂ ਆਪਣੀ ਮਾਂ ਨਾਲ ਫੇਰੀ ਲਾਉਣ ਜਾਂਦਾ ਸੀ, ਜਿਵੇਂ ਆਪਾਂ ਢੋਲਕੀ ਤੇ ਜਾਂਦੇ ਹਾਂ ਸਾਈਕਲ ਤੇ ਮੇਰੀ ਮਾਂ ਜਦ ਵੀ ਮੈਨੂੰ ਇਸ਼ਾਰਾ ਕਰਕੇ ਹੀ ਦੱਸਦੀ ਸੀ। ਦਿਨੇ ਵੀ ਇੰਨਾ ਨਹੀਂ ਸੀ ਕਿ ਮੈਂ ਫੁੱਲ ਦੇਖ ਸਕਾਂ। ਤੇ ਹੌਲੀ ਆਪਣਾ ਵਿਆਹ ਹੋ ਗਿਆ। ਇਹਦੇ ਵੀ ਇੱਕ ਅੱਖ ਨਹੀਂ ਹੈ ਤੇ ਆਪਣੇ ਹੋ ਜਾਂਦਾ ਰਿਸ਼ਤਾ ਇਸ ਤਰ੍ਹਾਂ। ਤੇ ਵਿਆਹ ਕਿੱਦਾਂ ਹੋਇਆ? ਪਹਿਲਾਂ ਜਾਣਦੇ ਸੀਗੇ ਇੱਕ ਦੂਜੇ ਨੂੰ? ਕਿੱਦਾਂ ਵਿਆਹ ਹੁੰਦਾ ਤੁਹਾਡੇ, ਜਿਹੜਾ ਇਹ ਤੁਹਾਡਾ ਸਮਾਜ ਆ, ਜਿਹੜਾ ਕੀ ਸਮਾਜ ਆ, ਇਹ ਵਿਆਹ ਕਿੱਦਾਂ ਹੁੰਦਾ ਇਹਦਾ? ਸਰ ਵੈਸੇ ਤਾਂ ਦੇਖੋ ਸਭ ਲੋਕ ਢੋਲਕੀ ਵਾਲੇ ਕਹਿੰਦੇ ਨੇ ਆਪਾਂ ਨੂੰ। ਹਰ ਇੱਕ ਬਿਰਾਦਰੀ ਦੇ ਵਿੱਚ ਜਿਵੇਂ ਮਰਾਸੀ ਹੋ ਗਏ, ਜਿਵੇਂ ਹਰ ਇੱਕ ਕੋਈ ਨਾ ਕੋਈ ਬਿਰਾਦਰੀ ਹੁੰਦੀ ਹੈ। ਆਪਣੀ ਬਿਰਾਦਰੀ ਵੈਸੇ ਨਾਟ ਕਹਿੰਦੇ ਨੇ। ਨਾਟ ਕਹਿੰਦੇ। ਨਟ ਜਿਹੜੇ ਪਹਿਲਾਂ ਨਾਟਕ ਕਰਦੇ ਹੁੰਦੇ ਸੀਗੇ, ਇਦਾਂ ਵੀ ਨਟ ਉਹਨਾਂ ਨੂੰ ਵੀ ਕਿਹਾ ਜਾਂਦਾ ਸੀਗਾ? ਸਰ ਦੇਖੋ ਇੰਨਾ ਪਤਾ ਨਹੀਂ ਆ ਆਪਾਂ ਨੂੰ। ਨਾਟ ਕਹਿੰਦੇ ਨੇ। ਸਾਡਾ ਪਹਿਲਾ ਪੇਸ਼ਾ ਇੱਕ ਸੰਗੀਤ ਕਲਾ ਹੀ ਹੈ। ਸੰਗੀਤ ਕਲਾ ਹੀ ਸਾਡਾ ਪਿਛਲਾ ਪੇਸ਼ਾ। ਸਾਡੇ ਬੜੇ ਬੜੇਰੇ ਜਿਹੜੇ ਗੁਜ਼ਰ ਗਏ, ਬੜੇ ਤੋਂ ਵੀ ਵੱਡਾ, ਬੜੇ ਤੋਂ ਵੱਡਾ, ਇਹ ਸੰਗੀਤ ਕਲਾ ਦੇ ਹਿਸਾਬ ਨਾਲ ਹੀ ਸੀ ਬਾਈ। ਉਹ ਵੀ ਨਟ ਹੁੰਦੇ ਨੇ ਜਿਹੜੇ ਰੱਸੀਆਂ ਤੇ ਤੁਰਦੇ ਨੇ, ਸ਼ਹਿਰਾਂ 'ਚ ਢੋਲਕੀ ਵਜਾਉਂਦੇ ਨੇ, ਥੱਲੇ ਕੁੜੀਆਂ ਰੱਸੀਆਂ ਤੇ ਤੁਰਦੀਆਂ ਨੇ, ਉਹ ਬਰਾਦਰੀ ਆ ਇਹ? देखो सर इन्ना नहीं पता वैसे, लेकिन अपनी बिरादरी वैसे नाट है। हाँ सही दसा कि देखो लोग ढोलकी वाले कहते ने, बाकी अपनी समाज पढ़ी लिखी बहुत घट है। मैं भी वैसे पढ़िया लिखा नहीं है, लेकिन मालक का शुक्र है इन्ना कि मैनू गल करन दा तजुर्बा बख्शा कि देखो बिरादरी नाल चलदी हर एक गल। आपां नू नाट कहते ने। ਬਚਪਨ ਤੋਂ ਹੀ ਤੁਸੀਂ ਦੱਸ ਰਹੇ ਹੋ ਕਿ ਰਾਤ ਨੂੰ ਤਾਂ ਬਿਲਕੁਲ ਨਹੀਂ ਸੀ ਦਿੰਦਾ, ਦਿਨ 'ਚ ਮਾੜਾ ਮੋਟਾ ਦਿਖਦਾ ਸੀ? ਮਾੜਾ ਮੋਟਾ ਦਿਖਦਾ ਤੇ। ਕਿੰਨੀ ਉਮਰ ਤੱਕ ਤੁਹਾਨੂੰ ਸਹੀ ਦਿਖਦਾ ਰਿਹਾ ਦਿਨ 'ਚ? ਮੈਨੂੰ 15 ਸਾਲ ਦੀ ਉਮਰ, 15 16 17 18 ਸਾਲ, 17 18 ਸਾਲ ਦੀ, 15 16 ਸਾਲ ਦੀ, 15 ਦੀ ਲਾ ਲਓ, 15 16 17 ਸਾਲ ਤੱਕ ਮੈਨੂੰ ਮਤਲਬ ਦਿਖਦਾ ਰਿਹਾ। ਮੈਂ ਇਕੱਲਾ ਤੁਰਦਾ ਰਿਹਾ। ਉਸਕੇ ਬਾਅਦ ਮਤਲਬ 20 22 ਸਾਲ ਦਾ ਹੋ ਗਿਆ। ਮੈਂ 22 ਸਾਲ 21 ਸਾਲ ਦਾ ਮੇਰਾ ਵਿਆਹ ਹੋ ਗਿਆ। ਜਦ ਮੇਰਾ ਵਿਆਹ ਹੋਇਆ ਤੇ ਮੈਨੂੰ ਇਹੀ ਦੁੱਖ ਪਹਿਲਾਂ ਸਤਾਉਂਦਾ ਰਿਹਾ ਕਿ ਲੋਕਾਂ ਦੇ ਦੇਖੋ ਕੋਈ ਕਿਸ ਤਰ੍ਹਾਂ ਦਾ ਲੋਕ ਮਿਲਦਾ, ਕੋਈ ਕਿਸ ਤਰ੍ਹਾਂ ਦੇ ਲੋਕ ਮਿਲਦੇ ਨੇ। ਮੈਂ ਜਦ ਪਿੰਡਾਂ ਦੇ ਵਿੱਚ ਜਾਂਦਾ, ਮੈਂ ਇਹ ਪਹਿਲਾਂ ਤੋਂ ਹੀ ਸੁਣਦਾ ਬਚਪਨ ਤੋਂ ਹੀ ਕਿ ਤੂੰ ਆਟਾ ਖੱਟਾ ਕੋਈ ਕੰਮ ਕਰਕੇ ਖਾ। ਹੁਣ ਮੇਰੇ ਕੋਲ ਬਸ ਇਹੀ ਰੁਜ਼ਗਾਰ ਸੀਗਾ, ਇੰਨਾ ਕਿ ਹੁਨਰ ਸੀ ਮੇਰੇ ਕੋਲ ਕਿ ਮੈਂ ਕਿਸੇ ਦੇ ਇਸ਼ਾਰੇ ਤੇ ਸਾਈਕਲ ਚਲਾ ਸਕਾਂ। ਮੇਰੀ ਮਾਂ ਮੈਨੂੰ ਇਸ਼ਾਰਾ ਕਰਦੀ ਸੀ, ਮੈਂ ਢੋਲਕੀ ਵਜਾ ਸਕਾਂ ਔਰ ਮੈਂ ਸਾਈਕਲ ਚਲਾ ਸਕਾਂ, ਦੂਏ ਦੇ ਇਸ਼ਾਰੇ ਨਾਲ ਆਪਣਾ ਢਿੱਡ ਪਾਲ ਸਕਾਂ। ਤੇ ਮਾਂ-ਬਾਪ ਦਾ ਵੀ ਗੁਜ਼ਾਰਾ ਤੇ ਮੈਂ ਆਪਣੇ ਆਪ ਦਾ ਢਿੱਡ ਇਸ ਤਰ੍ਹਾਂ ਗੁਜ਼ਾਰਾ ਚਲਾਉਂਦਾ ਰਿਹਾ। ਵਿਆਹ ਹੋ ਗਿਆ ਆਪਣਾ ਤੇ ਮੈਨੂੰ ਇਹ ਹੋ ਗਿਆ ਕਿ ਹੁਣ ਮੈਨੂੰ ਆਪਣੇ ਬੱਚੇ ਸਾਂਭ ਲੈਣਗੇ। ਉਸ ਤੋਂ ਬਾਅਦ ਕੋਈ ਸਮਾਂ ਪਾ ਕੇ ਮਾਲਕ ਨੇ ਅਰਦਾਸ ਸੁਣੀ, ਮੇਰੇ ਕੋਲ ਇੱਕ ਮੁੰਡਾ ਹੋਇਆ ਨਹੀਂ, ਉਹ ਪੇਟ ਦੇ ਵਿੱਚ ਹੀ ਮੁੱਕ ਗਿਆ ਆਪਣੇ ਹਰਜਿੰਦਰਾ ਹਸਪਤਾਲ ਤੇ 20 22 25 ਹਜ਼ਾਰ ਰੁਪਇਆ ਖੂਬ ਖਰਚਾ ਹੋ ਗਿਆ ਮੇਰਾ। ਮੈਂ ਇੱਕ ਦੂਏ ਤੋਂ ਫੜ ਕੇ ਕਰਜ਼ਾ ਕਢਾ ਕੇ ਪੈਸਾ ਲਾਇਆ ਤੇ ਦਿਲ ਬਹੁਤ ਦੁਖਿਆ, ਲੇਕਿਨ ਮੈਂ ਹਿੰਮਤ ਨਹੀਂ ਹਾਰੀ ਕਿ ਦੇਖੋ ਹਿੰਮਤ ਹਾਰ ਗਿਆ ਤੇ ਬੰਦਾ ਸਭ ਕੁਝ ਖੋ ਬੈਂਦਾ। ਮੈਂ ਸੋਚਿਆ ਚਲ ਜੋ ਕੁਝ ਕਰ ਰਿਹਾ ਈਸ਼ਵਰ ਠੀਕ ਹੀ ਕਰ ਰਿਹਾ। ਅਸੀਂ ਦੋਵੇਂ ਜਣੇ ਇਸੇ ਤਰ੍ਹਾਂ ਗੁਜ਼ਾਰਾ ਚਲਾਉਂਦੇ ਰਹੇ ਸਾਈਕਲ ਤੇ। ਦੂਸਰੀ ਵਾਰ ਇੱਕ ਮੁੰਡਾ ਮੇਰੇ ਕੋਲ ਹੋਰ ਹੋਇਆ, ਉਹਨੂੰ ਪਾਲ ਪੋਸ਼ ਕੇ ਪੌਣੇ 2 ਸਾਲ ਦਾ ਮੈਂ ਕਰ ਲਿਆ। 2 ਸਾਲ ਤੋਂ 2-3 ਮਹੀਨੇ ਘੱਟ ਤੀਗਾ। ਆਪਣੇ ਰਾਜਸਥਾਨ ਆਪਾਂ ਹਰ ਸਾਲ ਜਾਂਦੇ ਹੁੰਦੇ ਪੂਰੀ ਆਪਣੇ। ਰਾਜਸਥਾਨ ਤੋਂ ਆਪਣਾ? ਹਾਂ ਪਿਛਲਾ ਆਪਣਾ ਰਾਜਸਥਾਨ ਜ਼ਿਲ੍ਹਾ अलवर, डाक खाना उमरैन, तहसील भी अलवर है, तहसीली शेड पैंतपुर अपना पिंड है। पुत ना कर ये अपनी गुड्डी है। ठीक है हाँ ये अपनी गुड्डी है। ठीक है ते अपने पीछे अपना राजस्थान ही पिंड है। वैसे अपना जम्मे भी बड़े भी होए, वैसे बड़े बडेरे भी गुजर गए, अपने पंजाब च ही रहना। अपना जन्म पंजाब च होया? हाँ सर जन्म पंजाब च ही होया अपना। ਤੁਸੀਂ ਦੱਸ ਰਹੇ ਸੀਗੇ ਇੱਕ ਮੁੰਡਾ ਕਿੰਨੇ 2-2.5 ਸਾਲ ਦਾ ਹੋ ਗਿਆ ਸੀ? ਹਾਂ ਪੌਣੇ 2 ਸਾਲ ਦਾ ਸੀਗਾ। ਤੇ ਉਹੀ ਮੈਂ ਗੱਲ ਕਹਿ ਰਿਹਾ, ਅਸੀਂ ਹਰ ਸਾਲ ਆਪਣੇ ਜਿਵੇਂ ਕੋਈ ਵੱਡ ਵਡੇਰੇ ਨੂੰ ਮੱਥਾ ਟੇਕਣਾ ਹੁੰਦਾ ਜਾਂ ਕੋਈ ਆਪਣੇ ਗੁਰੂ ਜੀ ਨੂੰ, ਆਪਣਾ ਗੁਰੂ ਅਸਥਾਨ ਆਪਣੀ ਸਮਾਜ ਦੇ ਵਿੱਚ ਇੱਕ ਸੰਨਿਆਸੀ ਅਵਤਾਰ ਕੋਈ ਧਾਰਿਆ, ਢੋਲਕੀ ਵਾਲਾ ਕੋਈ ਮੁੰਡਾ ਸੀਗਾ, ਉਹ ਬਾਬਾ ਬਣਿਆ। ਉਹਦੀ ਕੁਠੀਆ ਦਾ ਸਥਾਨ ਇਸ ਲਈ ਕੋਈ ਮੱਥਾ ਵੀ ਟੇਕਣ ਅਸੀਂ ਵਗ ਜਾਂਦੇ। ਬਾਕੀ ਮੁੰਡੇ ਕੁੜੀਆਂ ਦੀ ਵੀ ਵਿਆਹ ਸ਼ਾਦੀ ਸਾਡੀ ਪਹਿਲਾਂ ਉਧਰੇ ਹੁੰਦੀ ਸੀ ਤੇ ਮੈਂ ਵੀ ਇਸ ਤਰ੍ਹਾਂ ਹੀ ਵਗ ਗਿਆ ਸੀ। ਮਹੀਨਾ ਕੁ ਜਾਂਦੇ ਹੁੰਦੇ ਉਧਰ ਜੇ ਬਰਸਾਤ ਦਾ ਟਾਈਮ ਆ ਜਾਂਦਾ ਜਦ।
ਤੇ ਮੈਂ ਵੀ ਚਲਾ ਗਿਆ ਤੇ ਡੇਂਗੂ ਬੁਖਾਰ ਹੋ ਕੇ ਦੂਆ ਮੁੰਡਾ ਵੀ 20-22-25 ਹਜ਼ਾਰ ਰੁਪਇਆ ਪ੍ਰਾਈਵੇਟ ਹਸਪਤਾਲ ਤੇ मैं लेके गया। एक मुंडा थी वो भी बहुत सुनक्खा अच्छा मुंडा थी, वो भी नहीं बचा पैसा ला के। जब मेरा दिल टूट गया, मैं जमा टूट गया, इन्ना टूट गया कि मैं इन्ना हसी खुशी रहता थी कि पंजाबी गाने, राजस्थानी गाने, हरियाणी गाने, मैनू बचपन तो ही गाने का संगीत का शौक है। मैं सत्संग दे विच जाना हुन्ना, मैनू लोग पैसा देंदे ने पर मैं सत्संग का पैसा नहीं लेंदा, चाहे मैं किन्ना मजबूर होवां, किन्ना गरीब होवां। ये तो वो लोग भी जानते हैं जिथे मैं सत्संग करके आया। हुण मैनू लोग कहते हैं कि तू पैसा ले लिया कर क्योंकि तेरा हुनर है, लेकिन मैं मंग के खाना वही मेरे लिए बहुत है। भाई मंग के खाना गुजारा हो जाता, महंगाई बहुत आ। लोग तो एसिया च भी कहते हैं कि गर्मियां तुसीं यार बैठे हो इदां ही मच्छर लड़ रहा, मक्खियां भिणक रहीਆਂ ने, हालात की ने, इदां गुजारा किदां चलदा बाई? मंग के तुसीं रोटी पूरी पै जाती है, मिल जाती है? देखो सर पूरी दी तो कही नहीं सकते आपां कि देखो ये प्रदेश का मामला है, कोई जिमें फकीरी कट्टनी औखी है, प्रदेश का मामला बहुत औखा, बाहर रहना बहुत औखा है। देखो अज लोग कहते ऐशियां ते ने, अपने मकाना दे, अपने खुद का मकान होंदा फिर भी बचा हो जाता। देखो ये जंगल हैगा इधर, चलो मैनू नहीं दिख रहा लेकिन आपनों तो ये जंगल दिख रहा होगा कि ये जिहड़ा स्टेडियम है इत्थे किन्ना कुछ घा हो गया होना, तो इस करके मच्छर इन्ना लड़दा कि मैं सूरदास होंदे होए भी सारी रात अपने बच्चों नूं मंजे ते पा के इस तरह जे ना हथ नाल भी हवा कर लै, और जे अपने परना नाल भी नहीं तो हथ नाल भी हवा करदा, मच्छर नाल तो इस तरह बचाव होंदा। ये जिंदगी दी जंग है, ये लड़नी पैंदी है। हुण ये जद असीं मंगण जांदे होंदे आ ते देखो मेरी आप दी स्कूटरी है। हाँ ਉਹੀ ਗੱਲ ਕਰਨੀ ਆ ਕਿ ਤੁਸੀਂ ਪਤਾ ਲੱਗਿਆ ਪਿੰਡਾਂ 'ਚ ਮੰਗਣ ਜਾਂਦੇ ਹੋ, ਤੁਹਾਡੇ ਕੋਲ ਸਕੂਟਰੀ ਆ, ਅੱਖਾਂ ਤੋਂ ਕਹਿੰਦੇ ਦਿਖਦਾ ਨਹੀਂ ਫਿਰ ਵੀ ਸਕੂਟਰੀ ਚਲਾਉਂਦੇ ਹੋ। इस तरह है कि देखो ये एक कुछ तो एक मेरे दिमाग का तजुर्बा है कि मैं अखां तो कम नहीं लेंदा, मैं जेड़ी तीजी अख है दिमाग वाली, दिमाग नाल ही कम लेंदा। दुनिया कोई कहे कि भी झूठ मारदा, मैं चंडीगढ़ गया अपनी अखां चेक कराउण, मैं आप दी स्कूटरी आप चलाई है। ਸਕੂਟਰੀ ਆਪ ਚਲਾ ਕੇ ਗਿਆ ਚੰਡੀਗੜ੍ਹ? हाँ जी PGI तक। ਬਾਈ ਪ੍ਰਸ਼ਾਸਨ ਨਹੀਂ ਰੋਕਦਾ ਕਿਉਂਕਿ ਉਹ ਤਾਂ ਲਾਇਸੈਂਸ ਵੀ ਬਣਾਉਂਦੇ ਨੇ, ਉਹਦੀ ਵੀ ਕੋਈ ਲਿਮਟ ਹੁੰਦੀ ਆ ਵੀ ਇੰਨੀ ਟਾਈਮ ਤੱਕ ਤੇਰਾ ਲਾਇਸੈਂਸ ਇਹ ਰਹੂਗਾ, ਉਹ ਤੋਂ ਬਾਅਦ ਨਿਗਾਹ ਚੈੱਕ ਕੀਤੀ ਜਾਊਗੀ, ਜੇ ਸਹੀ ਦਿਖਦਾ ਤਾਂ ਲਾਇਸੈਂਸ ਬਣੂ। देखो सर ये कुछ कुदरत का ही करिश्मा है, वो मैं नहीं समझ सकता। एक बार पुलिस वाले ने मैनू हथ मारिया, मैनू दिखा नहीं, मैं रोकी नहीं, मैनू घर वाली ने कहा क्योंकि मेरे ड्राइवर असली देखने वाला घर वाली है। ਇਹ ਵਾਲੀ ਡਰਾਈਵਰ ਹੈ? हाँ ये चुग्गा फड़ के रखती है पिछों, जे इन्हें सज्जे मोड़ना होंदा तो ये सज्जे चुग्गा खिंच दूगी, खब्बे मोड़ना खब्बे खिंच दूगी, जे बाई चांस मूरे कुछ आगे ने मगर खिंच देना। ਬਾਈ ਫੇਰ ਤਾਂ ਇਹ ਜਿੱਦਾਂ ਬੈਲ ਗੱਡੀ 'ਚ ਉਹਦੇ ਨੱਥ ਪਾਈ ਹੁੰਦੀ ਆ ਬੌਲਦ ਦੇ, ਉਦਾਂ ਕੰਮ ਲੰਦੀ ਆ ਤੇ ਤੋਂ। बस सर बस यही काम है। ਉਹ ਉਦਾਂ ਤੇਰਾ ਮਦਦ ਕਰਦੀ ਆ, ਤੇਰੀਆਂ ਅੱਖਾਂ ਤਾਂ ਫਿਰ ਇਹ ਨੇ। ये पूरी मदद करते। असी दो जने ते दो जना दे ਇਹਦੇ ਇੱਕੋ ਹੀ ਅੱਖ, ਇਹਦੇ ਵੀ ਇੱਕ ਅੱਖ ਨਹੀਂ ਹੈ। ਇੱਕ ਅੱਖਾਂ ਹਾਂ ਅਸੀਂ ਅਸੀਂ ਦੋ ਜੀਆਂ ਦੇ ਅੱਖ ਇੱਕੋ ਹੀ, ਚਾਰ ਅੱਖਾਂ ਤੋਂ ਇੱਕ ਹੀ ਅੱਖ ਸਾਡੇ, ਸਿਰਫ ਇੱਕ ਹੀ ਅੱਖ ਹੈ। ਫਿਰ ਇੱਕ ਅੱਖ ਆ ਬਾਈ, ਕੀ ਕਾਰਨ ਹੋਇਆ ਅੱਖ 'ਚ, ਕੀ ਐਡੀ ਦਿੱਕਤ ਆਈ ਕਿ ਅੱਖ ਖਰਾਬ ਹੋ ਗਈ? ਇਹਦੇ ਭਾਈ ਦੱਸਦੇ ਨੇ ਸਰ, ਇਹਦੇ ਮਾਂ-ਬਾਪ ਤਾਂ ਖੈਰ ਗੁਜ਼ਰ ਗਏ ਤੇ ਇਹਦੇ ਭਾਈ ਦੱਸਦੇ ਨੇ ਇਹਦੀ ਮਾਂ ਵੀ ਜਦ ਜਿਉਂਦੀ ਸੀਗੀ, ਬਾਪ ਵੀ ਜਦ ਜਿਉਂਦਾ ਸੀਗਾ ਆਪਣਾ, ਜਦੋਂ ਵਿਆਹ ਹੋਇਆ ਦੱਸਿਆ ਇਹਨਾਂ ਨੇ ਕਿ ਛੋਟੀ ਹੁੰਦੇ ਤੇ ਕੀੜੀ ਪੈ ਗਈ ਸੀ ਅੱਖ ਤੇ। ਇਹ ਜਮਾ ਠੀਕ ਥੀਆਂ ਦੋਵੇਂ ਅੱਖਾਂ, ਕੀੜੀ ਪੈ ਗਈ ਸੀ ਇਹਦੇ ਅੱਖ ਤੇ ਉਹ ਕੀੜੀ ਜਦ ਪੈ ਗਈ ਤੇ ਬੱਚਾ ਰੋਂਦਾ ਰੋਈ ਗਏ ਤੇ ਦਿਖਾਈ ਗਏ। ਜਦ ਡਾਕਟਰ ਨੇ ਗੌਰ ਨਾਲ ਦੇਖਿਆ ਕਿਤੇ ਤੇ ਡਾਕਟਰ ਨੇ ਦੱਸਿਆ ਕਿ ਕੀੜੀ ਅੱਖ ਦੇ ਵਿੱਚ ਹੈ ਤੇ ਅੱਖ ਜਮਾ ਖਰਾਬ ਕਰ ਚੁੱਕੀ। ਹੁਣ ਅੱਖ ਦਾ ਕੋਈ ਉਹ ਨਹੀਂ ਹੈਗਾ, ਇਹਦਾ ਆਪਰੇਸ਼ਨ ਕਰਕੇ ਅੱਖ ਖਰਾਬ ਹੋ ਚੁੱਕੀ, ਘੁਮਾ ਕੇ ਪਾਈ ਅੱਖ। ਇਹਦਾ ਅੱਖ ਦਾ ਕੋਈ ਇਲਾਜ ਨਹੀਂ ਹੈਗਾ, ਇਹਦੇ ਅੱਖ ਨਾਲ ਬਿਲਕੁਲ ਨਹੀਂ ਦਿਖਦਾ ਇਹਨੂੰ, ਇੱਕ ਨਾਲ ਇਹਨੂੰ ਦਿਖ ਰਿਹਾ, ਬਸ ਉਹ ਇੱਕ ਅੱਖ ਨਾਲ ਆਪਾਂ ਗੁਜ਼ਾਰਾ ਕਰਦੇ ਹਾਂ ਸਰ। ਬਾਈ ਤੁਸੀਂ ਇੱਕ ਅੱਖ ਨਾਲ ਗੁਜ਼ਾਰਾ ਕਰਦੇ ਹੋ, ਪਿੰਡਾਂ 'ਚ ਮੰਗਣ ਜਾਂਦੇ ਹੋ, ਤੇ ਕਿੰਨਾ ਕੁ ਤੁਹਾਨੂੰ ਕਮਾਈ ਹੋ ਜਾਂਦੀ ਹੈ? ਕਿ ਇੱਕ ਦਿਨ ਲੰਘ ਜਾਂਦੇ ਨੇ ਮੰਗ ਕੇ ਇੱਕ ਦਿਨ? ਦੇਖੋ ਸਰ कमाई की तो गल ही नहीं है, कमाई की गल इस तरह नहीं है कि देखो ये तो जिहड़ा गृहस्थी बंदा अपने आप समझ सकता। ਉਹੀ ਆ ਵੀ ਕਿੰਨਾ ਕੁ ਆਉਂਦਾ ਇਹ ਗੁਜ਼ਾਰਾ ਚੱਲਦਾ, ਉਹਦੇ ਨਾਲ ਸਾਡਾ ਕਹਿਣ ਦਾ ਮਤਲਬ ਇਹ ਆ ਕਿ ਕਿੰਨਾ ਕੁ ਬਣ ਜਾਂਦੇ ਨੇ, ਰੋਟੀ ਟੁੱਕ ਚੱਲ ਜਾਂਦਾ, ਬੱਚਿਆਂ ਦੀਆਂ ਜ਼ਰੂਰਤਾਂ ਨੇ, ਤੁਹਾਡੀਆਂ ਜ਼ਰੂਰਤਾਂ ਨੇ, ਦਵਾਈ ਦਾਰੂ ਬੱਚਿਆਂ ਦੀ, ਚੱਲ ਜਾਂਦਾ ਗੁਜ਼ਾਰਾ ਇੱਕ ਦਿਨ 'ਚ। सर जी ऐसी गल है कि जेड़े दीदे कोल दिल दी दौलत है, चंगा बंदा है, दानी धर्मी बंदा है,
ਉਹ 100 ਪੰਜਾਬੀ ਦੇ ਦਿੰਦਾ, ਕੋਈ ਨਹੀਂ ਵੀ ਦਿੰਦਾ। ਉਹਦੇ ਵਿੱਚ ਇਸ ਤਰ੍ਹਾਂ ਹੈ ਕਿ ਦੇਖੋ ਟਾਈਮ ਤੇ ਜੇ ਕੋਈ ਵਿਆਹ ਵੂ ਮਿਲ ਗਿਆ ਆਪਾਂ ਰੋਟੀ ਖਾਇਆ ਏ ਤੇ ਆਥਣ ਦੀ ਰੋਟੀ ਹੈ ਉਹ ਵੀ ਤਾਂ ਉਹਦੇ ਵਾਸਤੇ ਦੇਖੋ ਆਪਣਾ ਦਾਲ ਪਾਣੀ ਗ੍ਰਸਤੀ ਇਨਸਾਨ ਆਪਣਾ ਆਪ ਸਮਝ ਸਕਦਾ ਕਿ 150 ਰੁਪਇਆ ਜਿਹੜਾ ਕੁਝ ਲਿਆਉਂਦੇ ਖਾ ਪੀ ਜਾਂਦੇ। ਬਾਕੀ ਬੱਚਿਆਂ ਨੂੰ ਵੀ ਹੈਗਾ ਜਿਵੇਂ ਦਵਾਈ ਬੂਟੀ ਲਵਾਣੇ। ਬਹੁਤ ਸੇ ਲੋਕ ਮੈਨੂੰ ਕਹਿੰਦੇ ਨੇ ਤੈਨੂੰ ਰੋਟੀ ਖਾ ਲਈ ਪੈਸੇ ਤੋਂ ਕੀ ਲੋੜ ਹੈ। ਮੈਨੂੰ ਕਹਿੰਦਾ ਦੇਖੋ ਭਾਈ ਸਾਹਿਬ ਮੈਂ ਵੈਸੇ ਤੁਹਾਡੇ ਨਾਲ ਬਹਿਸ ਨਹੀਂ ਕਰਦਾ ਪਰ ਕਈ ਵਾਰ ਮੈਂ ਪੁੱਛਦਾ ਹੁੰਦਾ ਬਾਈ ਚਾਂਸ ਮੇਰੇ ਬੱਚੇ ਨੂੰ ਕੋਈ ਦੁੱਖ ਤਕਲੀਫ ਹੋ ਗਿਆ ਕਿ ਤੁਹਾਡੀ ਰੋਟੀ ਦਿੱਤੀ ਹੋਈ ਉਹ ਡਾਕਟਰ ਲੈ ਲੂਗਾ ਰੋਟੀ। ਲੇਕਿਨ ਧਰਮੀ ਬੰਦਾ ਹੀ ਸਮਝ ਸਕਦਾ ਇਹ ਗੱਲ ਨੂੰ। ਜਾਂ ਕਿਸੇ ਨੇ ਜਿਹਦੇ ਵਿੱਚ ਈਸ਼ਵਰ ਬਸਿਆ ਹੋਇਆ ਸੱਚੇ ਬਾਦਸ਼ਾਹ ਦਾ ਜਿਹਦੇ ਕੋਈ ਨੂਰ ਹੈ ਉਹੀ ਕਿਸੇ ਦੇ ਦੁੱਖ ਨੂੰ ਦੁੱਖ ਸਮਝਦਾ, ਨਹੀਂ ਕੋਈ ਨਹੀਂ ਸਮਝ ਸਕਦਾ। ਅੱਜ ਕੱਲ੍ਹ ਦੁਨੀਆ ਕੁਛ ਐਸੀ ਹੈ। ਵੈਸੇ ਵੀਰਾਂ ਨਾਲ ਧਰਤੀ ਖਾਲੀ ਨਹੀਂ ਹੈ। ਇਹ ਪੰਜਾਬ ਦੀ ਧਰਤੀ ਨੂੰ ਸੱਚੇ ਪਾਤਸ਼ਾਹ ਨੇ ਵਰਦਾਨ ਹੀ ਦਿੱਤਾ ਹੋਇਆ ਹੈ। ਵਰਦਾਨ ਹੀ ਦਿੱਤਾ ਹੋਇਆ ਜੇ ਟਾਈਮ ਤੇ ਮੈਨੂੰ ਰੋਟੀ ਨਹੀਂ ਤੇ ਪਾਣੀ ਹਰੇਕ ਥਾਂ ਹੈਗਾ। ਗੱਲ ਇੰਨੀ ਕਾ ਬਸ। ਬਈ ਬੱਚੇ ਨੇ ਇਹਨਾਂ ਨੂੰ ਫਿਰ ਪੜ੍ਹਾਉਣ ਬਾਰੇ ਨਹੀਂ ਕਦੇ ਸੋਚਿਆ ਕਿਉਂਕਿ ਤੁਹਾਡੀ ਜ਼ਿੰਦਗੀ ਤਾਂ ਲੰਘ ਗਈ। ਅੱਗੇ ਕੀ ਸੋਚਦੇ ਹੋ ਕਿ ਬੱਚਿਆਂ ਦੀ ਵੀ ਤੁਹਾਡੇ ਤਰ੍ਹਾਂ ਹੀ ਜ਼ਿੰਦਗੀ ਹੋਵੇ? ਪੜ੍ਹਾਉਣ ਬਾਰੇ ਸਰਕਾਰੀ ਸਕੂਲ ਬਹੁਤ ਵਧੀਆ ਬਣਾ ਦਿੱਤੇ ਗਏ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ, ਬਹੁਤ ਸਹੂਲਤਾਂ ਦੇ ਐਲਾਨ ਕੀਤੇ ਜਾ ਰਹੇ ਨੇ। ਬਾਈ ਸਕੂਲ 'ਚ ਪੜ੍ਹਨ ਪਾਓ ਬੱਚਿਆਂ ਨੂੰ, ਆਧਾਰ ਕਾਰਡ ਵਗੈਰਾ ਤਾਂ ਹੋਣਗੇ ਤੁਹਾਡੇ ਕੋਲ। ਦੇਖੋ ਸਰ ਗੱਲ ਇਹਨੇ ਬੇਸਿਕ ਮੈਂ ਪੜ੍ਹਿਆ ਹੋਇਆ ਨਹੀਂ ਹੈਗਾ ਪਰ ਮੈਂ ਬਚਪਨ ਦੇ ਵਿੱਚ ਆਟਾ ਮੰਗਣ ਜਾਂਦਾ। ਜਦ ਤਾਂ ਮੈਂ ਟੈਪ ਰਿਕਾਰਡ ਰੱਖਿਆ ਹੁੰਦਾ ਇਹ ਭਗਵੰਤ ਮਾਨ ਜਿਹੜਾ ਸਰਕਾਰ ਬਣੀ ਹੈ ਇਹਦੀਆਂ ਵੀ ਮੈਂ ਕੈਸਟਾਂ ਸੁਣਦਾ ਤੇ ਵੀ ਮੈਨੂੰ ਪਤਾ ਕਿ ਕਲਾਕਾਰ ਸੀ। ਪਰ ਇਹ ਤਾਂ ਸਰਕਾਰ ਹੁਣ ਬਣੀ ਹੈ। ਜਦ ਤੱਕ ਕਿਸਮਤ ਨਹੀਂ ਹੁੰਦੀ ਨਾ ਜਾਂ ਕੋਈ ਮਦਦਕਾਰ ਨਹੀਂ ਮਿਲਦਾ, ਜਿਵੇਂ ਦੇਖੋ ਮੈਂ ਜੀਓ ਦਾ ਮੇਰੇ ਕੋਲ ਜੀਓ ਦਾ ਮੋਬਾਈਲ ਹੈ। ਮੈਂ ਦਿਖਾਇਓ ਆ ਦੇਖੋ ਸਰ ਜੀਓ ਦਾ ਮੋਬਾਈਲ ਆ ਦੇਖੋ ਸ਼ੀਸ਼ਾ ਸੁਸ਼ਾ ਤੇ ਇਹਦਾ ਸਾਰਾ ਫੁੱਟਾ ਟੁੱਟਾ ਪਿਆ ਕਿਉਂਕਿ ਮੈਂ ਅੱਖਾਂ ਨਾਲ ਕੰਮ ਹੀ ਨਹੀਂ ਲੈਂਦਾ। ਆ ਦੇਖੋ ਸਕਰੀਨ ਤੇ ਤਾਂ ਸ਼ੀਸ਼ਾ ਸੁਸ਼ਾ ਫੁੱਟਿਆ ਪਿਆ ਸਾਰਾ ਕੁਝ। ਪਰ ਮੈਂ ਇਸ਼ਾਰੇ ਨਾਲ ਹੀ ਚਲਾਉਣਾ ਮੋਬਾਈਲ, ਅੱਖਾਂ ਨਾਲ ਨਹੀਂ ਚਲਾਉਂਦਾ ਮੈਂ। ਤੇ ਮੈਂ ਕੰਨਾਂ ਨਾਲ ਸੁਣਦਾ ਹੁੰਦਾ ਕਿ ਇਹਦੇ ਵਿੱਚ ਕੁਝ ਵੀ ਮੈਂ ਕਰ ਲੈਣਾ ਬੋਲ ਕੇ। ਤੇ ਮੈਂ ਸਭ ਤੋਂ ਜ਼ਿਆਦਾ ਗੁਰਬਾਣੀ ਹੋਈ ਜਿਵੇਂ ਦੁਨੀਆ ਦੀ ਖਬਰ ਹੋਈ ਇਹ ਜ਼ਿਆਦਾ ਸੁਣਦਾ ਮੈਂ। ਇਹਦੇ 'ਚ ਬਾਈ ਚੱਲਦਾ ਸਾਰਾ ਸਿਸਟਮ ਉਹ ਨੈਟ ਦੀ ਤਰ੍ਹਾਂ? ਹਾਂ ਨੈਟ ਚੱਲਦਾ ਸਰ। ਉਹ ਚਲਾ ਲੈਣਾ ਤੂੰ? ਹਾਂ ਚਲਾ ਲੈਣਾ ਸਰ ਮੈਂ ਅੱਖਾਂ ਮੀਚ ਕੇ ਚਾਹੇ ਮੈਂ ਅੱਖਾਂ ਤੇ ਪੱਟੀ ਬੰਦ ਫਿਰ ਵੀ ਮੈਂ ਚਲਾ ਲੈਣਾ। ਤੇ ਮੈਂ ਸੁਣਿਆ ਕਿ ਬਈ ਮੀਡੀਆ ਜਿਹਨੂੰ ਮੀਡੀਆ ਕਹਿੰਦੇ ਨੇ, ਕੈਮਰਾਮੈਨ ਕਹਿੰਦੇ ਨੇ, ਇਹ ਬਾਕੀ ਪੱਤਰਕਾਰ ਕਹਿੰਦੇ ਨੇ, ਇਹ ਲੋਕਾਂ ਨੂੰ ਜਾ ਕੇ ਜੇ ਕੋਈ ਦੁਖੀਆ ਹੈ ਉਹਦੀ ਦੁੱਖ ਦੀ ਸੰਭਾਲ ਲੈਂਦੇ ਨੇ। ਬਸ ਜਿਸ ਦਿਨ ਦਾ ਮੈਂ ਸੁਣਿਆ ਮੇਰੇ ਦਿਲ ਦੇ ਵਿੱਚ ਮੈਨੂੰ ਗਮ ਬੈਠ ਗਿਆ ਕਿ ਮਾਲਕ ਮੈਨੂੰ ਵੀ ਕਦੇ ਨਾ ਕਦੇ ਭੇਟ ਕਰਾ ਦੇ, ਪੱਤਰਕਾਰਾਂ ਨੂੰ ਮਿਲਾ ਦੇ। ਸਰ ਮੇਰੀ ਖੁਆਇਸ਼ ਇੰਨੀ ਵੱਧ ਗਈ ਕਿ ਸਹੀ ਗੱਲ ਦੱਸਾਂ ਮੈਂ ਕਸਮ ਖਾ ਕੇ ਮੇਰੇ ਹੱਥਾਂ ਪੈਰਾਂ 'ਚ ਦਰਦ ਹੋਣ ਲੱਗ ਗਿਆ। ਮੈਂ ਕਈ ਦਿਨ ਕੰਮ ਤੇ ਹੀ ਨਹੀਂ ਗਿਆ, ਮੇਰਾ ਜੀ ਨਹੀਂ ਕਰਿਆ ਕਿ ਮੈਂ ਇੱਕ ਵਾਰ ਪੱਤਰਕਾਰਾਂ ਨਾਲ ਮਿਲਾਂ ਕਿ ਲੋਕ ਮੈਨੂੰ ਜਾਣ ਸਕਣ ਕਿ ਮੈਂ ਝੂਠ ਨਹੀਂ ਬੋਲ ਰਿਹਾ, ਕਿ ਮੇਰੇ ਦਿਲ ਦੇ ਵਿੱਚ ਵਾਸਤਵ ਵਿੱਚ ਦੁੱਖ ਹੈ। ਮੈਂ ਜ਼ਿੰਦਗੀ ਦੀ ਜੰਗ ਇੱਕ ਦੁਖੀ ਹੋ ਕੇ ਲੜ ਰਿਹਾ। ਮੈਂ ਸਕੂਟਰੀ ਮੈਂ ਆਪਣੇ ਆਪ ਮੈਂ ਖੁਸ਼ ਹੋ ਕੇ ਨਹੀਂ ਚਲਾ ਰਿਹਾ। ਮੈਨੂੰ ਡਰ ਬਹੁਤ ਲੱਗਦਾ, ਇੰਨਾ ਡਰ ਲੱਗਦਾ ਕਿ ਮੇਰੇ ਦਿਲ ਵਿੱਚ ਗਮ ਹੈ। ਲੇਕਿਨ ਇਹ ਜ਼ਮਾਨਾ ਹੈ ਅੱਜ ਕੱਲ੍ਹ ਕੋਈ ਡਰਾਈਵਰ ਕੌਣ ਬਣਦਾ, ਕੋਈ ਨਹੀਂ ਬਣਦਾ ਇੱਕ ਦੂਏ ਦਾ। ਕੋਈ ਆਪਣਾ ਭਾਈਚਾਰਾ ਤੇ ਮੈਂ ਕਿਤੇ ਸਤਸੰਗ ਕਰਨ ਗਿਆ ਸੀ, ਉਹਨੇ ਮੇਰੀ ਗੁੜੀਆ ਨੂੰ ਛੋਟਾ ਜਿਹਾ ਟਰੱਕ ਲਿਆ ਕੇ ਦਿੱਤਾ। ਮੈਂ ਕਿਹਾ ਕੰਨਿਆ ਹੈਗੀ, ਚੱਲ ਕੋਈ ਨਹੀਂ ਤੇਰਾ ਟਰੱਕ ਭਾਈ ਤੇਰੇ ਕੋਲੇ ਰੱਖ, ਕੋਈ ਨਹੀਂ ਤੂੰ ਕਿਉਂ ਖਰਚਾ ਕਰਦਾ। ਕਹਿੰਦੀ ਕੋਈ ਨਹੀਂ ਟਰੱਕ ਦਿੱਤਾ, ਤੇਰੇ ਕੋਲ ਡਰਾਈਵਰ ਆਊਗਾ ਕਿਉਂਕਿ ਤੂੰ ਬਹੁਤ ਦੁਖੀ ਆ, ਤੂੰ ਸਕੂਟਰੀ ਚਲਾਉਣਾ ਦੁਖੀ ਹੋ ਕੇ, ਤੇਰੇ ਘਰ ਡਰਾਈਵਰ ਆਊਗਾ। ਵਾਸਤਵ ਮੇਰੇ ਕੋਲ ਹੁਣ 2 ਮਹੀਨੇ ਦਾ ਪੌਣੇ 2 ਮਹੀਨੇ ਦਾ ਮੁੰਡਾ ਹੈਗਾ। ਹਾਂ ਮੁੰਡਾ ਹੈਗਾ। ਹੁਣ ਮੇਰੇ ਕੋਲ ਇੱਕ ਮੁੰਡਾ ਤੇ ਇੱਕ ਕੁੜੀ, 2 ਮੁੰਡੇ ਤਾਂ ਮੇਰੇ ਕੋਲ ਮਰ ਗਏ ਤੇ ਇੱਕ ਮੁੰਡਾ ਇੱਕ ਕੁੜੀ ਹੁਣ ਵੀ ਹੈ। ਹੁਣ ਇਹਨਾਂ ਦਾ ਗੁਜ਼ਾਰਾ ਸਰ ਮੈਂ ਕਰ ਰਿਹਾ। ਹੁਣ ਦੇਖੋ ਇਹ ਹੁਣ ਗਰਮੀ ਦਾ ਮੌਸਮ ਹੈ। ਮੈਂ 2 ਬੱਚੇ ਨੂੰ ਇੱਕ ਆਪਣੀ ਸਕੂਟਰੀ ਦੇ ਮੂਹਰੇ ਇੱਕ ਡਰਮ ਰੱਖਿਆ ਹੋਇਆ, ਜਿਹੜਾ ਪਾਣੀ ਦਾ ਡਰਮ ਉਹ ਕੱਟੇ ਦੇ ਵਿੱਚ ਬਣ ਕੇ ਥੈਲੇ ਦੇ ਵਿੱਚ ਉਹ ਰੱਖਿਆ ਹੋਇਆ ਆਪਣੀ ਸਕੂਟਰੀ ਦੇ ਅੱਗੇ। ਉੱਥੇ ਬਿਠਾ ਲੈਣਾ ਸਕੂਟਰੀ ਤੇ ਆਪਣੀ ਗੁੜੀਆ ਨੂੰ। ਤੇ ਘਰ ਵਾਲੀ ਇੱਕ ਹੱਥ ਵਿੱਚ ਮੁੰਡਾ ਫੜੂਗੀ, ਇੱਕ ਹੱਥ ਵਿੱਚ ਮੈਨੂੰ ਫੜੂਗੀ ਤੇ ਮੂਹਰੇ ਖਿਆਲ ਰੱਖੂਗੀ ਸਕੂਟਰੀ ਦਾ। ਇਸ ਹਾਦਸਾ ਵੀ ਹੋ ਸਕਦਾ ਬਾਈ? ਹੋ ਸਕਦਾ ਸਰ, ਲੇਕਿਨ ਉਹ ਸੱਚੇ ਪਾਤਸ਼ਾਹ ਨੇ ਪਤਾ ਨਹੀਂ ਪਈ ਭੁੱਲ ਭੁਲੇਖੇ ਪਿਛਲੇ ਜਨਮ 'ਚ ਕੀ ਦਾਨ ਪੁੰਨ ਕਰਿਆ, ਹਜੇ ਤੱਕ ਤਾਂ ਦੇਖ ਕੁਝ ਵੀ ਨਹੀਂ ਹੋਇਆ। ਬਾਈ ਤੁਸੀਂ ਕਹਿੰਦੇ ਹੋ ਸੱਚੇ ਪਾਤਸ਼ਾਹ ਦੀ ਕਿਰਪਾ ਏ, ਪਿਛਲੇ ਜਨਮ 'ਚ ਕੀ ਦਾਨ ਪੁੰਨ ਕਰਿਆ ਏ। ਕਈ ਲੋਕ ਤਾਂ ਅਜਿਹੇ ਨੇ ਮਿਹਣੇ ਮਾਰਨ ਲੱਗ ਜਾਂਦੇ ਨੇ ਕਿ ਅਸੀਂ ਕੀ ਉਹਦੇ ਮਾਂ ਮਾਰੇ ਸੀਗੇ, ਸਾਨੂੰ ਇਹੋ ਜਿਹੇ ਬਣਾਤਾ। ਤੁਸੀਂ ਫਿਰ ਵੀ ਰੱਬ ਦਾ ਸ਼ੁਕਰ ਕਰੀ ਜਾਂਦੇ ਹੋ। ਦੇਖੋ
ਰੱਬ ਨੂੰ ਕਿਸੇ ਨਾਲ ਕੋਈ ਬੈਰ ਨਹੀਂ ਕਿ ਦੇਖੋ ਮੈਂ ਬੇਸ਼ੱਕ ਰਾਜਸਥਾਨੀ ਹਾਂ ਪਰ ਮੇਰਾ ਜਨਮ ਪੰਜਾਬ ਦੇ ਵਿੱਚ ਹੋਇਆ। ਮੈਨੂੰ ਕਈ ਵਾਰ ਲੋਕ ਕਹਿੰਦੇ ਨੇ ਕਿ ਤੂੰ ਗੱਲ ਇਸ ਤਰ੍ਹਾਂ ਕਰਦਾ ਜਿਵੇਂ ਤੂੰ ਪੜ੍ਹਿਆ ਲਿਖਿਆ ਹੋਵੇਂ। ਇਹ ਸਭ ਸਤਸੰਗ ਦਾ ਤਜਰਬਾ ਹੈ ਕਿ ਦੇਖੋ ਮੈਂ ਗੁਰਬਾਣੀ ਦੇ ਵਿੱਚ ਸੁਣਿਆ ਕਿ ਨਿਰਭਉ ਨਿਰਵੈਰ, ਈਸ਼ਵਰ ਨੂੰ ਕਿਸੇ ਨਾਲ ਕੋਈ ਵੈਰ ਨਹੀਂ ਹੈ ਜੀ, ਉਹ ਨਿਰਵੈਰ ਹੈ। ਔਰ ਨਿਰਭਉ ਕਿ ਬੰਦੇ ਤੂੰ ਕਿਉਂ ਚਿੰਤਾ ਕਰਦਾ, ਮੈਂ ਨਿਰਭੈ ਹੋ ਕੇ, ਖੈਰ ਡਰ ਤਾਂ ਮੈਨੂੰ ਲੱਗਦਾ ਪਰ ਮੈਂ ਨਿਰਭੈ ਹੋ ਕੇ ਇਸੇ ਤਰ੍ਹਾਂ ਸਕੂਟਰੀ ਚਲਾਉਣਾ ਕਿ ਉਹ ਆਪਣੇ ਆਪ ਰੱਖਿਆ ਕਰੂਗਾ। ਕਿ ਮਾਰਨ ਵਾਲੇ ਤੋਂ ਬਚਾਉਣ ਵਾਲਾ ਹਮੇਸ਼ਾ ਵੱਡਾ ਹੈ। ਹੁਣ ਕਰੀਏ ਵੀ ਕੋਈ ਅੱਗੇ ਪਿੱਛੇ ਹੈ ਨਹੀਂ। ਮੇਰੀ ਮੰਮੀ ਹੈ ਦਿਮਾਗ ਤੋਂ ਇਸ ਤਰ੍ਹਾਂ ਹੀ ਹੈ। ਅੱਛਾ, ਪਾਪਾ ਜੀ ਦੀ ਡੈਥ ਹੋ ਗਈ। ਮੇਰਾ ਭਾਈ ਹੈ ਉਹ ਹਰਿਆਣੇ 'ਚ ਰਹਿੰਦਾ, ਮੈਂ ਉਹਦੇ ਨਾਲ ਤਾਂ ਨਹੀਂ ਰਹਿੰਦਾ। ਮੈਂ ਆਪਣੇ ਸਹੁਰੇ ਪਰਿਵਾਰ 'ਚ ਆਪਣਾ ਦਿਲ ਹਿਲਿਆ ਮਿਲਿਆ ਵੀ ਹੋਇਆ ਤੇ ਇਹ ਦੁਨੀਆ ਜਾਣ ਸਕਦੀ ਹੈ ਕਿ ਬਈ ਦਰਾਣੀਆਂ ਜਠਾਣੀਆਂ ਤੇ ਬਣਦੀ ਨਹੀਂ ਹੈ। ਅੱਜ ਦੇ ਬਾਈ ਕੀ ਹਾਲਾਤ ਨੇ? ਹੁਣ ਕਈ ਦਿਨ ਹੋ ਗਏ ਕੰਮ ਤੇ ਗਏ ਨੂੰ? ਸਰ ਮੈਨੂੰ ਘੱਟੋ ਘੱਟ ਅੱਜ 20 ਦਿਨ 25 ਦਿਨ ਹੋ ਗਏ ਸਰ। ਮੈਂ ਇਹ ਬੱਚੇ ਕਰਕੇ ਨਹੀਂ ਜਾਂਦਾ ਕਿ ਦੇਖੋ ਇਹ ਤੱਤੀ ਹਵਾ ਚੱਲਦੀ ਹੈ। ਹੁਣ ਘਰ ਵਾਲੀ ਇੱਕ ਹੱਥ ਵਿੱਚ ਮੁੰਡੇ ਨੂੰ ਫੜੂਗੀ ਤੇ ਇਹਨੂੰ ਲਕੋ ਵੀ ਨਹੀਂ ਸਕੂਗੀ। ਲੋਕ ਮੈਨੂੰ ਕਹਿੰਦੇ ਨੇ ਕਿ ਤੂੰ ਇੰਨੇ ਬੱਚੇ ਨੂੰ ਮਾਰੇਗਾ, ਤੈਨੂੰ ਢੋਲਕੀ ਦੀ ਪਈ ਏ, ਤੈਨੂੰ ਵਿਆਹ ਬੂਹਾਂ ਦੀ ਪਈ ਏ। ਹੁਣ ਲੋਕਾਂ ਨੂੰ ਤਾਂ ਹੀ ਲੱਗਦਾ ਕਿ ਬਈ ਇਹ ਊਂ ਆਮ ਤੁਰੇ ਫਿਰਦੇ ਨੇ। ਹੁਣ ਦੇਖੋ ਆਪਾਂ ਕਿਤੇ ਜਾਵਾਂਗੇ ਨਹੀਂ। ਅੱਜ ਮੈਨੂੰ ਕਈ ਦਿਨ ਹੋ ਗਏ, ਇਹ ਆਪਣੇ ਭਾਈਚਾਰੇ ਨੇ, ਇਹਨਾਂ ਤੋਂ ਮੈਂ ਕਦੇ ਰੋਟੀ ਇਹਨਾਂ ਕੋਲ ਹੋਵੇ ਤੇ ਮੰਗ ਕੇ ਖਾ ਲੈਂਦਾ। ਜਦੋਂ ਇਹਨਾਂ ਦੇ ਵੀ ਬੱਚੇ ਅੱਧੇ ਭੁੱਖੇ ਰਹਿ ਜਾਂਦੇ ਨੇ, ਮੈਂ ਵੀ ਭੁੱਖਾ ਬੈਠਾ ਸਵੇਰ ਦਾ। ਹੁਣ ਇਹ ਜਦ ਫੇਰੀ ਲਾ ਕੇ ਆਉਂਦੇ ਨੇ ਆਥਣੇ, ਜਿੰਨਾ ਕੁਝ ਮਿਲਦਾ ਆਪਾਂ ਵੰਡ ਕੇ ਛਕ ਲੈਂਦੇ। ਵੈਸੇ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੈਸੇ ਪਾਣੀ ਪੀ ਕੇ ਟਾਈਮ ਪਾਸ ਕਰਦੇ ਆਂ ਭਾਈ, ਕਿਉਂਕਿ ਪੀ ਕੇ ਟਾਈਮ ਪਾਸ ਕਰ ਦੋ ਬਾਈ? ਬਸ ਸਰ ਅੱਜ ਪਾਣੀ ਪੀ ਕੇ ਟਾਈਮ ਪਾਸ ਕੀਤਾ? ਇੱਕ ਹੱਸਣ ਵਾਲੀ ਗੱਲ ਵੀ ਹੈ ਤੇ ਸੋਚਣ ਵਾਲੀ ਵੀ ਗੱਲ ਹੈ ਤੇ ਖੁਸ਼ੀ ਦੀ ਵੀ ਗੱਲ ਹੈ ਕਿ ਦੇਖੋ ਟੌੜਾ ਮੰਡੀਚੇ ਦੇ ਵਿੱਚ ਜਿਹੜਾ ਨਲ ਲਾਇਆ ਹੋਇਆ ਨਲਕਾ, ਉਹਦੇ ਵਿੱਚ ਤਾਂ ਬੜੀਆ ਠੰਡਾ ਮਿੱਠਾ ਪਾਣੀ ਨਿਕਲਦਾ ਹੈ। ਪੰਜਾਬ ਦੀ ਧਰਤੀ ਹੈ। ਲੇਕਿਨ ਆਪਣਾ ਸਟੇਡੀਅਮ 'ਚ ਜਦ ਤੱਕ ਬੈਠੇ ਹਾਂ, ਜਦ ਤੱਕ ਲਾਈਟ ਆਉਂਦੀ ਠੰਡਾ ਪਾਣੀ ਮੋਟਰ ਦਾ ਪੀ ਲੈਂਦੇ ਹਾਂ। ਬਾਕੀ ਲਾਈਟ ਵਗ ਜਾਂਦੀ ਤੇ ਜਮਾ ਗਰਮ ਪਾਣੀ ਹੋ ਜਾਂਦਾ ਅੱਕ ਵਰਗਾ। ਬਸ ਉਹੀ ਸਵੇਰ ਦਾ ਪੀ ਰਹੇ ਹਾਂ, ਉਹੀ ਟਾਈਮ ਪਾਸ ਕਰ ਰਹੇ ਹਾਂ। ਕੋਈ ਘੜਾ ਘੁੜਾ ਰੱਖ ਲੈਣਾ ਤੀ ਬਾਈ? ਕੜੇ ਜੋਗਾ ਪੈਸੇ ਹੁੰਦੇ ਸਰ। ਮੈਂ ਤਾਂ ਇਹ ਆਪਣੇ ਭਾਈਚਾਰੇ ਤੋਂ ਪੈਸੇ ਮੰਗ ਕੇ 300 ਰੁਪਿਆ, ਬਾਕੀ ਮੈਂ ਮੰਗਣਾ ਮੈਨੂੰ 200 ਰੁਪਿਆ ਸੀ ਕਿ ਬੱਚੇ ਨੂੰ ਦਿਖਾਉਣਾ ਤੀ। ਮੇਰੇ ਬੱਚੇ ਨੂੰ ਖੰਘ ਜ਼ੁਕਾਮ ਹੋਇਆ, ਛੋਟੇ ਬੱਚੇ ਨੂੰ, ਤੇ ਵੱਡੀ ਨੂੰ ਵੀ ਬੁਖਾਰ ਹੋਇਆ। ਦੋਵਾਂ ਬੱਚੇ ਨੂੰ ਦਿਖਾਇਆ। ਆਪਣੇ ਤਰਖੇੜੀ ਦੇ ਡਾਕਟਰਾਂ ਨੇ ਪੈਸਾ ਕਦੇ ਲੈਂਦੇ ਵੀ ਨੇ, ਕਦੇ ਨਹੀਂ ਵੀ ਲੈਂਦੇ ਨੇ। ਬਿਲਕੁਲ ਬਾਈ ਫਿਰ ਤੁਸੀਂ ਨਾ ਉਹ ਕਰ ਲਿਓ, ਘੜਾ ਜ਼ਰੂਰ ਲਿਆਓ, ਆ ਫੜਿਓ ਪੈਸੇ। ਚਲ ਕੋਈ ਨਹੀਂ ਸਰ, ਕੋਈ ਗੱਲ ਬਹੁਤ ਬਹੁਤ ਧੰਨਵਾਦ। ਘੜਾ ਲਿਆਇਓ ਹੈ ਨਾ, ਜਾਂ ਬੱਚਿਆਂ ਵਾਸਤੇ ਕੁਝ ਲੈ ਆਇਓ, ਮੱਖੀਆਂ ਮੁੱਖੀਆਂ ਲੱਗਦੀਆਂ ਨੇ ਤੇ ਘੜਾ ਲਿਆਇਓ। 200 ਹੋਰ ਦੇ ਦਿੰਦੇ ਉਹ ਬੱਚਿਆਂ ਨੂੰ। ਤੇ ਸਰ ਮੈਂ ਡਾਕਟਰ ਦਿਖਾਇਆ, ਮੈਂ ਬੱਚਿਆਂ ਨੂੰ ਪਾਲ ਰਿਹਾ। ਮੇਰੇ ਇੱਕ ਜਿਹੜਾ ਮੁੰਡਾ ਪਹਿਲਾਂ ਮਰਿਆ 2 ਸਾਲ ਦਾ ਡੇਂਗੂ ਬੁਖਾਰ ਹੋ ਕੇ, ਉੱਥੇ ਪੈਸਾ ਲੱਗਿਆ, ਉਹ ਵੀ ਮੇਰੇ ਸਿਰ ਤੇ ਹਜੇ ਤੱਕ ਕਰਜ਼ਾ ਹੈ। ਕੀ ਤੋਂ ਪੈਸਾ ਲੱਤਾ ਬਾਈ? ਕਰਜ਼ਾ ਕਿੱਥੋਂ ਲੱਤਾ? ਸਰ ਇਹ ਭਾਈਚਾਰੇ ਤੋਂ ਲੈ ਲੈਣਾ ਕਿ ਦੇਖੋ ਪਿੰਡ ਦੇ ਵਿੱਚ ਮੈਂ ਬਾਜ਼ ਮਾਰੀ ਥੀ। ਜਦ ਮੇਰੇ ਬੱਚੇ ਨੂੰ ਕੰਮਣੀ ਚੜ ਗਈ ਤੇ ਮੈਂ ਬਾਜ਼ ਪਿੰਡ 'ਚ ਰਹਿੰਦੇ ਸੀ? ਨਹੀਂ ਰਾਜਸਥਾਨ ਦੇ ਵਿੱਚ ਸੀ। ਹਾਂ ਆਪਣੇ ਪਿੰਡ ਤੇ ਮੈਂ ਬਾਜ਼ ਮਾਰੀ। ਕੋਈ ਮਦਦਕਾਰ ਹੈ? ਮੈਨੂੰ ਤਾਂ ਹੌਸਲਾ ਹੀ ਨਹੀਂ ਰਿਹਾ ਕਿਉਂਕਿ ਮੇਰੇ ਬੱਚੇ ਨੂੰ ਪਤਾ ਨਹੀਂ ਕੀ ਕੁਝ ਹੋ ਗਿਆ। ਇੱਕ ਮੁੰਡਾ ਕੋਈ ਇਹਦੇ ਚਾਚੀ ਦਾ ਮੁੰਡਾ ਸੀਗਾ, ਖਾਸ ਆਪਣਾ ਰਿਸ਼ਤੇਦਾਰ ਸੀਗਾ। ਵਿਚਾਰਾ ਚੱਪਲ ਵੀ ਨਹੀਂ ਪਾਏ, ਨੰਗੇ ਪੈਰ ਮੋਟਰਸਾਈਕਲ ਦੇ ਵਿੱਚ ਚੱਕ ਕੇ ਸ਼ਹਿਰ ਦੇ ਵਿੱਚ ਲੈ ਗਿਆ ਕਿ ਕਿੱਥੇ ਲੈ ਕੇ ਜਾਣਾ। ਮੈਂ ਇੱਕ ਨਾਮ ਸੁਣਿਆ ਹੋਇਆ ਸੀ ਡਾਕਟਰ ਦਾ, ਉੱਥੇ ਉਹਨੇ ਕਹਿਤਾ ਕਿ ਉੱਥੇ ਸ਼ਿਫਟ ਕਰਤਾ। ਉਸ ਨੇ ਪਰਚੀ ਕਟਾਈ 800 ਰੁਪਏ ਪਤਾ ਨਹੀਂ ਕਿੰਨੇ ਦੀ। ਇਹ ਮੈਨੂੰ ਪਤਾ ਕਿਉਂਕਿ ਮੈਂ ਤਾਂ ਆਪਣੀ ਬੇਹਾਲਤੀ ਦੇ ਵਿੱਚ ਸੀਗਾ, ਹਾਲਤ ਠੀਕ ਨਹੀਂ ਸੀ ਮੇਰੀ ਵੀ। ਬੱਚੇ ਦੀ ਮਤਲਬ ਸਾਹ ਬਿਲਕੁਲ ਮੁੱਕ ਗਿਆ ਸੀ। ਮੈਂ ਮਰਿਆ ਹੋਇਆ ਲੈ ਕੇ ਗਿਆ ਸੀ। ਅੱਛਾ, ਹਾਂ ਬਿਲਕੁਲ ਜਮਾ ਦੰਦੀਆਂ ਜੋੜਦਿਆਂ ਬਹੁਤ ਬੁਰੀ ਹਾਲਤ ਦੇ ਵਿੱਚ ਲੈ ਗਿਆ ਸੀ। ਮੈਂ ਬੱਚਾ ਇੰਨਾ ਪਿਆਰਾ ਸੀ ਕਿ ਉਹ ਬੋਲਣਾ ਨਹੀਂ ਸਿੱਖਿਆ ਪਰ ਮੇਰੇ ਪੈਰਾਂ 'ਚ ਚੱਪਲ ਪਾ ਦਿੰਦਾ ਸੀ। ਮੈਂ ਕਹਿੰਦਾ ਬਈ ਮੈਨੂੰ ਕੋਈ ਪਾਣੀ ਲਿਆ ਕੇ ਦੇ ਤਾਂ ਆਪ ਪਾਣੀ ਲੱਭ ਕੇ ਲਿਆ ਦਿੰਦਾ ਸੀ। ਅੱਛਾ, ਹਾਂ ਇੰਨੀ ਉਹਨੂੰ ਉਹ ਸੀਗੀ ਤਜਰਬਾ। ਚਲੋ ਪਰਮਾਤਮਾ ਨੇ ਸੁਣ ਲਈ ਬਾਈ, ਫੇਰ ਤੁਹਾਨੂੰ ਇੱਕ ਲਾਲ ਦੇਤਾ ਏ। ਤੇ 3 ਦਿਨ ਠੀਕ ਰਿਹਾ, ਚੌਥੇ ਦਿਨ ਬੱਚਾ ਵੀ ਨਹੀਂ, ਪੈਸਾ ਖੂਬ ਲੱਗ ਗਿਆ। ਉਹਦਾ ਵੀ ਮੈਨੂੰ ਸੋਚ ਹੈ ਕਿ ਮੈਂ ਕਿਸ ਤਰ੍ਹਾਂ ਇੱਕ ਹਰਜਿੰਦਰਾ ਹਸਪਤਾਲ ਦੇ ਵਿੱਚ ਮੁੰਗਿਆ ਆਪਣੇ ਪਟਿਆਲਾ, ਉੱਥੇ ਵੀ ਦਵਾਈਆਂ ਦਾ ਪੈਸਾ ਲੱਗਿਆ 20-25 ਹਜ਼ਾਰ ਰੁਪਇਆ ਉੱਥੇ ਲੱਗਿਆ। ਬਾਕੀ ਬਸ ਇਹ ਜਿਹੜਾ ਕਰਜ਼ਾ ਉਹ ਵੀ ਮੈਂ ਇਹੀ ਦਿਲ ਸੋਚ ਕੇ ਆਪਣਾ ਦੇਖੋ ਬਹੁਤ ਸੇ ਐਸੇ ਗਮ ਹੁੰਦੇ ਨੇ ਇਨਸਾਨ ਦੇ ਵਿੱਚ, ਆਪਣੀ ਗ੍ਰਸਤੀ ਦੇ ਵਿੱਚ, ਜੋ ਦਿਲ ਦੇ ਵਿੱਚ ਬੋਝ ਹੋ ਜਾਂਦਾ। ਤੇ ਮੈਂ ਬਚਪਨ ਦੇ ਵਿੱਚ ਮੈਨੂੰ ਇੱਕ ਸੰਗੀਤ ਦਾ ਸ਼ੌਂਕ, ਮੈਂ ਇਹ ਵੀ ਕਦੇ ਸੋਚਦਾ ਹੁੰਦਾ ਕਿ ਮਾਲਕ ਮੈਂ ਢੋਲਕੀ ਛੱਡ ਕੇ ਮੈਂ ਹੁਣ ਕਿਸੇ ਨੂੰ ਮਾਸਟਰ ਨਹੀਂ ਬਣ ਸਕਦਾ ਕਿ ਮੈਂ ਪੜ੍ਹਾ ਸਕਾਂ,
ਤੇ ਗਾਉਂਦੇ ਵੀ ਹੋ ਤੁਸੀਂ? ਹਾਂ ਸਰ, ਮੈਂ ਦੇਖੋ ਜਿਹੜੇ ਆਮ ਢੋਲਕੀ ਵਾਲੇ ਗਾ ਲੈਂਦੇ ਨੇ ਇਹਦਾ ਹਿਸਾਬ ਅੱਡ ਹੈ, ਲੇਕਿਨ ਮੈਂ ਸਤਸੰਗ ਪਾਰਟੀ ਦੇ ਵਿੱਚ ਜਾਣਾ, ਕਈ ਵਾਰ ਮੈਂ ਜਿਹੜੇ ਗਾਇਕ ਆਉਂਦੇ ਨੇ ਆਪਣੇ ਪੰਜਾਬ ਦੇ ਵਿੱਚ, ਕਈ ਵਾਰ ਆਉਂਦੇ ਨੇ ਜਗਰਾਤੇ ਵਿੱਚ ਆਉਂਦੇ ਨੇ, ਮੈਂ ਕਈ ਵਾਰ ਗਾਉਣਾ ਹੁੰਦਾ। ਮੈਂ ਸਿੱਖਿਆ ਵੀ ਆਪਣੀ ਸੰਗੀਤ ਦੀ ਸਿੱਖਿਆ ਵੀ ਮੇਰੇ ਕੋਲ ਮਾੜੀ ਮੋਟੀ ਹੈਗੀ ਆ। ਗਾ ਕੇ ਸੁਣਾਏਂਗੇ? ਪੰਜਾਬੀ ਗੀਤ ਸੁਣਾ ਦਿਓ, ਕੋਈ ਵੀ ਸੁਣਾ ਦੇ ਸਰ। ਕੋਈ ਵੀ ਸੁਣਾ ਦਿਓ ਪੰਜਾਬੀ, ਜੋ ਸੁਣਨੇ ਵਾਲਾ ਹੋਵੇ, ਸਭ ਆਪਣਾ ਭਾਈਚਾਰੇ ਦੇ ਵਿੱਚ ਬੈਠ ਕੇ ਇਦਾਂ ਦਾ ਗੀਤ ਕੋਈ ਸੁਣਾ ਦਿਓ। ਵੈਸੇ ਤਾਂ ਦੇਖ ਮੈਂ ਸ਼ਬਦ ਵੀ ਸੁਣਾ ਸਕਦਾ, ਵੈਸੇ ਸ਼ਬਦ ਸੁਣਾ ਦਿਓ, ਕੋਈ ਗੱਲ ਨਹੀਂ। ਇਸ ਟਾਈਮ ਸਰ ਮੈਨੂੰ ਇੱਕ ਪੇਟ ਸੁਣਾ ਦੀ ਕੋਈ ਮਾਤਾ ਬੇਟਾ ਸੁਣਾ ਦਿਓ ਕੋਈ। ਤੂੰ ਦਾਤੀਏ ਅਸੀਂ ਮੰਗਤੇ ਤੇਰੇ, ਤੂੰ ਦਾਤੀਏ ਅਸੀਂ ਮੰਗਤੇ ਤੇਰੇ, ਇਹ ਬਣ ਬਣ ਖੜੇ ਸਵਾਲੀ, ਤੈਨੂੰ ਦਾਤੀ ਕਿਸੇ ਨੀ ਕਹਿਣਾ, ਤੈਨੂੰ ਦਾਤੀ ਕਿਸੇ ਨੀ ਕਹਿਣਾ, ਜੇ ਅੱਜ ਮੁੜ ਗਏ ਖਾਲੀ, ਤੈਨੂੰ ਦਾਤੀ ਕਿਸੇ ਨੀ ਕਹਿਣਾ। ਸੋਨੇ ਚਾਂਦੀ ਦਾ ਦੱਸ ਕੀ ਮੰਗਣਾ ਮਾਂ, ਕਿਰਪਾ ਮੰਗੀਏ ਤੇਰੀ, ਬਸ ਮਈਆ ਜੀ ਤੇਰੇ ਚਰਨਾਂ ਦੇ ਵਿੱਚ ਲੱਗ ਜੇ ਵਿਰਤੀ ਮੇਰੀ, ਬਸ ਮਈਆ ਜੀ ਤੇਰੇ ਚਰਨਾਂ ਦੇ ਵਿੱਚ ਲੱਗ ਜੇ ਹਾਜ਼ਰੀ ਮੇਰੀ। ਤੂੰ ਚਾਵੇਂ ਤਾਂ ਕੰਗਲੇ ਦੇ ਵੀ ਓਏ ਸਿਰ ਤੇ ਤਾਜ ਰਖਾਵੇਂ, ਤੂੰ ਚਾਵੇਂ ਤਾਂ ਕੰਗਲੇ ਦੇ ਵੀ ਓਏ ਸਿਰ ਤੇ ਤਾਜ ਰਖਾਵੇਂ, ਨਾ ਚਾਵੇਂ ਤਾਂ ਰਾਜੇ ਤੋਂ ਵੀ ਮਾਂ ਦਰ ਦਰ ਭੀਖ ਮੰਗਾਵੇਂ, ਤੂੰ ਦਾਤੀਏ ਅਸੀਂ ਮੰਗਤੇ ਤੇਰੇ, ਤੂੰ ਦਾਤੀਏ ਅਸੀਂ ਮੰਗਤੇ ਤੇਰੇ। ਵਾਹ ਜੀ ਵਾਹ, ਬਹੁਤ ਖੂਬ। ਤੇ ਬਾਈ ਸਰਕਾਰ ਬਣੀ ਆ ਨਵੀਂ, ਕੀ ਅਪੀਲ ਕਰੇਂਗੇ ਉਹ? ਕਿਉਂਕਿ ਬਹੁਤ ਇਦਾਂ ਦੀਆਂ ਜ਼ਮੀਨਾਂ ਪਈਆਂ ਨੇ ਯਾਰ, ਘਰ ਵੀ ਤੁਹਾਨੂੰ ਅਲਾਟ ਕੀਤੇ ਜਾ ਸਕਦੇ ਨੇ ਪੰਜਾਬ ਦੇ ਵਿੱਚ। ਦੇਖੋ ਕਈ ਵਾਰ ਸਰਕਾਰ ਨਵੀਂ ਬਣੀ ਹੋ ਚਾਹੇ ਪੁਰਾਣੀ, ਵੈਸੇ ਜਿਹੜੀ ਨਈ ਸਰਕਾਰ ਬਣੀ ਹੋਵੇ ਤਾਂ ਕਈ ਵਾਰ MLA ਸਾਹਿਬ ਵੀ ਪਿੰਡ ਵਿੱਚ ਆਉਂਦੇ ਨੇ, ਮੰਤਰੀ ਸਾਹਿਬ ਵੀ ਆਉਂਦੇ ਨੇ, ਤੇ ਮੈਂ ਇਹੀ ਸੋਚਦਾ ਕਿ ਮੈਂ ਸਭ ਤੋਂ ਅੱਗੇ ਹੋ ਕੇ ਆਪਣੇ ਦਿਲ ਦਾ ਹਾਲ ਸੁਣਾਵਾਂ। ਪਰ ਦੇਖੋ ਮੈਂ ਪੱਤਰਕਾਰਾਂ ਨੂੰ ਆਪਣੇ ਦਿਲ ਦੇ ਵਿੱਚ ਤਾਂ ਹੀ ਚੁਣਿਆ ਕਿ ਦੇਖੋ ਇਹ ਪੱਤਰਕਾਰਾਂ ਦੀ ਤਾਕਤ ਹੁੰਦੀ ਕਿ ਕਿਸੇ ਦਾ ਦੁੱਖ ਸਮਝਦੇ ਆ ਇਸ ਦੁਨੀਆ ਦੇ ਵਿੱਚ ਪ੍ਰਚਾਰ ਕਰ ਸਕਣ ਕਿ ਕਿਸ ਤਰ੍ਹਾਂ ਕੋਈ ਬੰਦਾ ਕਿਸ ਤਰ੍ਹਾਂ ਦੁਖੀ ਹੈ, ਕੋਈ ਕਿਸ ਤਰ੍ਹਾਂ ਸੁਖੀ ਹੈ। ਮੈਂ ਕਈ ਵਾਰ ਕੋਸ਼ਿਸ਼ ਕਰੀ ਪਰ ਇਹ ਗੱਲ ਬਣ ਨਹੀਂ ਸਕੀ। ਮੈਂ ਕਹਿਣਾ ਚਾਹੁੰਦਾ ਸੀ ਕਿ ਬਈ ਸਾਡੀ ਕੋਈ ਨਾ ਕੋਈ ਐ ਜਾ ਸਾਡੀ ਮਦਦ ਕਰੋ। ਹੁਣ ਕਹਿ ਦਿਓ ਬਾਈ, ਗੱਲ ਪਹੁੰਚਾਵਾਂਗੇ ਸਰਕਾਰ ਤੱਕ। ਮੈਂ ਤਾਂ ਇਹੀ ਕਹਿਣਾ ਚਾਹੂੰਗਾ, ਸਭ ਤੋਂ ਪਹਿਲਾਂ ਮੈਂ ਸਭ ਨੂੰ ਇਹ ਕਹਿਣਾ ਚਾਹੂੰਗਾ ਕਿ ਮੇਰੇ ਵਰਗੇ ਕੋਈ ਹੋਰ ਵੀ ਦੁਖੀਆ ਨੇ। ਮੈਂ ਇਹੀ ਕਹਿਣਾ ਚਾਹੂੰਗਾ ਕਿ ਦੇਖੋ ਜਿੰਨੀ ਵੀ ਮਦਦ ਕरेंगे ਮੇਰੇ ਵੱਲੋਂ ਤਹਿ ਦਿਲ ਤੋਂ ਮੈਂ ਸ਼ੁਕਰੀਆ ਅਦਾ ਕਰਦਾ ਕਿ ਵੀ MLA ਸਾਹਿਬ, ਮੁੱਖ ਮੰਤਰੀ, ਮੰਤਰੀ, ਪ੍ਰਧਾਨ ਮੰਤਰੀ ਕੋਈ ਵੀ ਹੋਵੇ, ਸਾਡੇ ਵਰਗੇ ਦੁਖੀਆਂ ਦਾ ਦੁੱਖ ਕੱਟੋ ਭਾਈ, ਟਿਕਾਣਾ ਬਣਾਓ। ਇਹ ਛੋਟੇ ਛੋਟੇ ਬੱਚੇ ਪੜ ਜਾਣਗੇ, ਜਿਹੜੀ ਮੈਂ ਬੱਚੇ ਦਾ ਦੁੱਖ ਸੁਣਾ ਕੇ ਵੀ ਉਹ ਖਤਮ ਹੋ ਗਿਆ, ਮੈਂ ਉਹਦੇ ਵਾਸਤੇ ਇਹ ਸੋਚਿਆ ਸੀ ਕਿ ਮੇਰੇ ਤੇ ਦਿਨ ਆਇਆ ਮੰਗਣ ਵਾਲਾ, ਪਰ ਮੇਰੇ ਬੱਚੇ ਤੇ ਦਿਨ ਨਾ ਆਵੇ ਕਿ ਇਹ ਮੰਗੇ। ਇਹ ਜਦ ਹੋ ਜਾਊਗਾ 3 ਸਾਲ ਦਾ, ਮੈਂ ਸੁਣਿਆ ਕਿ ਬਈ ਚਲ 2 ਸਾਲ 3 ਸਾਲ ਦਾ 2.5 ਸਾਲ ਦਾ ਤਾਂ ਬੋਲਣਾ ਵੀ ਨਹੀਂ ਸਕਦਾ ਬੱਚਾ, 3-4 ਸਾਲ ਦਾ ਜਦ ਵੀ ਹੋ ਜਾਊਗਾ ਮੈਂ ਸਲਾਹ ਲਊਂਗਾ ਵੀ ਕਿਵੇਂ ਹੁਣ ਇਹਨੂੰ ਆਂਗਣਵਾੜੀ 'ਚ ਜਾਂ ਕੋਈ ਸਕੂਲ 'ਚ ਕੋਈ ਰੱਖ ਸਕਦਾ, ਤੇ ਮੈਂ ਉਹਨੂੰ ਪੜ੍ਹਾਊਂਗਾ ਕਿ ਦੇਖੋ ਪੜ੍ਹਾਈ ਲਿਖਾਈ ਕੁਝ ਹੋਰ ਹੀ ਚੀਜ਼ ਹੈ। ਮੈਂ ਮਾੜਾ ਮੋਟਾ ਸਮਝ ਸਕਦਾ ਕਿ ਇਹ ਬੱਚਾ ਮੈਨੂੰ ਮੇਰਾ ਸਹਾਰਾ ਬਣ ਸਕਦਾ, ਪਰ ਮੇਰਾ ਦਿਲ ਟੁੱਟ ਗਿਆ ਕਿ ਉਹ ਬੱਚਾ ਨਹੀਂ ਰਿਹਾ। ਚਲੋ ਮਾਲਕ ਨੇ ਸਮਾ ਪਾ ਕੇ ਇੱਕ ਗੁੜੀਆ ਹੈ ਮੇਰੇ ਕੋਲ, ਇੱਕ ਬੱਚਾ ਹੈ, ਤੇ ਸਾਡਾ ਟਿਕਾਣਾ ਬਣ ਜਾਊਗਾ। ਕੋਈ ਨਾ ਕੋਈ ਮਦਦ ਕਰੂਗਾ ਕਿ ਬੱਚੇ ਵੀ ਪੜ ਜਾਣਗੇ, ਇਹਨਾਂ ਦੀਆਂ ਵੀ ਦੁਆਵਾਂ ਉਹਦੇ ਨਾਲ ਹੋਣਗੀਆਂ। ਤੇ ਬੱਚਿਆਂ ਨੂੰ ਪੜਾਉਣਾ ਚਾਹੁੰਦੇ ਹੋ? ਬੱਚੇ ਨੂੰ ਪੜਾਉਣਾ ਚਾਹੁੰਦੇ ਸਰ। ਆਧਾਰ ਕਾਰਡ ਵਗੈਰਾ ਪ੍ਰੂਫ ਹੈਗੇ ਨੇ ਤੁਹਾਡੇ ਕੋਲ? ਸਰ ਰਾਜਸਥਾਨ ਦਾ ਤਾਂ ਮੇਰੇ ਕੋਲ ਹੈਗਾ, ਪਛਾਣ ਪੱਤਰ ਵੀ ਹੈਗਾ, ਦੋਵੇਂ ਜਣਿਆਂ ਦਾ ਸਾਡਾ ਆਧਾਰ ਕਾਰਡ ਵੀ ਹੈਗਾ।
ਇਹ ਸਭ ਕੁਝ ਹੈਗਾ। ਮੈਂ ਆਪਣਾ ਸਰਟੀਫਿਕੇਟ ਵੀ ਬਣਾਉਣ ਦਾ ਕੋਸ਼ਿਸ਼ ਕਰੀ ਤੀ। ਮੈਂ ਹਸਪਤਾਲ ਦੇ ਵਿੱਚ ਗਿਆ ਤਾਂ ਮੈਨੂੰ ਕਹਿੰਦਾ ਜੈਪੁਰ ਜਾਣਾ ਪਊਗਾ। ਜਨਮ ਸਰਟੀਫਿਕੇਟ ਤਾਂ ਹੋਣਗੇ ਬੱਚਿਆਂ ਦੇ? ਹਾਂ ਸਰ, ਇਹਨਾਂ ਦੀ ਜਨਮ ਤਿਥੀ ਹੈਗੀ, ਉਹ ਜਨਮ ਪੱਤਰੀ ਹੈਗੀ ਆ। ਹੈਗੀ ਤੇ ਬਾਈ ਇੱਥੇ ਆਂਗਣਵਾੜੀ 'ਚ ਭੇਜੋ ਤੁਸੀਂ, ਕੋਈ ਨਹੀਂ ਰੋਕੂਗਾ ਤੁਹਾਨੂੰ। ਫਿਰ ਦੇਖੋ, ਸਮਝੋ ਇੱਕ ਗਧੇ ਲਾ ਲਓ ਕਿ ਸਮਝੋ ਇੱਕ ਜਾਨਵਰ। ਸਾਡੀ ਸਮਾਜ ਨੂੰ ਕੋਈ ਨਹੀਂ ਪਤਾ ਹੈ, ਜਿਹੜਾ ਪੜ੍ਹਿਆ ਲਿਖਿਆ ਉਹਨੂੰ ਤਾਂ ਪਤਾ ਹੈ। ਵੈਸੇ ਸਾਡੀ ਸਮਾਜ ਨੂੰ ਵੈਸੇ ਕੁਝ ਨਹੀਂ ਪਤਾ ਕਿ ਅਸੀਂ ਬਾਹਰ ਦੇ ਰਹਿਣ ਵਾਲੇ, ਅਸੀਂ ਤਾਂ ਉਵੇਂ ਪਹਿਲਾਂ ਹੀ ਡਰੇ ਮਰੇ ਹਾਂ। ਕੋਈ ਚੱਕਰ ਨਹੀਂ, ਅਸੀਂ ਗੱਲ ਕਰਦੇ ਹਾਂ ਬਾਈ ਜਿਹੜੇ ਇੱਥੋਂ ਦੇ ਸਾਡੇ ਪ੍ਰਬੰਧਕ ਨੇ, ਵਿਧਾਇਕ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ, ਪਿੰਡ ਦੇ ਸਰਪੰਚਾਂ ਨਾਲ ਵੀ ਗੱਲ ਕਰਾਂਗੇ, ਸਕੂਲ ਮੈਨੇਜਮੈਂਟ ਨਾਲ ਵੀ ਗੱਲ ਕਰਾਂਗੇ। ਤੁਸੀਂ ਬੱਚਿਆਂ ਨੂੰ ਭੇਜੋ ਬਾਈ, ਆਪਣਾ ਸਮਾਜ ਤਾਂ ਹੀ ਸੁਧਰੂਗਾ ਯਾਰ। ਆਪਾਂ ਕਹਿ ਰਹੇ ਹਾਂ ਕਿ ਹਰ ਇੱਕ ਨੂੰ ਬਰਾਬਰ ਦਾ ਹੱਕ ਮਿਲਣਾ ਚਾਹੀਦਾ, ਦਰਜਾ ਮਿਲਣਾ ਚਾਹੀਦਾ। ਜੇ ਤੁਸੀਂ ਵੀ ਕੋਸ਼ਿਸ਼ ਕਰੋਗੇ ਤਾਂ ਹੀ ਹੋਊ ਇਹ। ਸਰ ਮੈਂ ਕਈ ਵਾਰ ਇਹ ਸੋਚਿਆ ਕਿ ਜਿਹੜਾ ਮੇਰਾ ਆਧਾਰ ਕਾਰਡ ਹੈ ਰਾਜਸਥਾਨ ਦਾ, ਉਹ ਮੈਂ ਇਹ ਸੋਚਦਾ ਕਿ ਬਈ ਅਗਰ ਰਾਜਸਥਾਨ ਦਾ ਨਹੀਂ ਚੱਲ ਸਕਦਾ। ਕਈ ਵਾਰ ਮੈਨੂੰ ਹਸਪਤਾਲ ਦੇ ਵਿੱਚ ਭਾਰਸੋਂ ਹਸਪਤਾਲ ਦੇ ਵਿੱਚ ਮੈਂ ਗਿਆ ਤੀ, ਭਾਈ ਮੈਨੂੰ ਸਰਟੀਫਿਕੇਟ ਬਣਾ ਦੇ। ਤੇ ਕਹਿੰਦਾ ਭਾਈ ਆਧਾਰ ਕਾਰਡ ਉਰੇ ਦਾ ਹੈਗਾ? ਕਹਿੰਦਾ ਨਹੀਂ ਗਾ। ਮੈਨੂੰ ਉੱਥੋਂ ਤੋਂ ਇਹ ਦਿਲ ਦੇ ਵਿੱਚ ਚੋਟ ਲੱਗੀ ਕਿ ਵੀ ਉਰੇ ਮੈਂ ਕਿਸੇ ਸਰਪੰਚ ਨਾਲ ਗੱਲ ਕਰਾਂ ਕਿ ਵੀ ਮੇਰਾ ਆਧਾਰ ਕਾਰਡ ਉਰੇ ਦਾ ਚੇਂਜ ਕਰਾ ਕੇ ਮੈਂ ਉਰੇ ਰਹਿਣਾ ਚਾਹੁੰਦਾ, ਚਾਹੇ ਮੈਂ ਚੁੰਗੀ ਪਾ ਕੇ ਰਵਾਂ, ਪੱਕਾ ਠਿਕਾਣਾ ਬਣਾ ਕੇ, ਚਾਹੇ ਕਿਤੇ ਵੀ ਰਵਾਂ, ਬੱਚੇ ਨੂੰ ਪੜ੍ਹਾਊਂਗਾ। ਇਹਨਾਂ ਦੇ ਵੀ ਬੱਚਿਆਂ ਦੇ ਵੀ ਆਧਾਰ ਕਾਰਡ ਉਰੇ ਬਣ ਜਾਣਗੇ, ਸਬੂਤ ਬਣੂਗਾ। ਹੌਲੀ ਹੌਲੀ ਰਾਸ਼ਨ ਕਾਰਡ ਵੀ ਬਣ ਜਾਣਗੇ, ਆਪਣਾ ਰੋਜੀ ਰੋਟੀ ਦਾ ਖਾਣ ਪੀਣ ਨੂੰ ਵੀ ਮਿਲ ਜਾ ਕਰੂਗਾ। ਬਹੁਤ ਕੁਝ ਸੋਚਦਾ, ਲੇਕਿਨ ਸਰ ਹੁੰਦਾ ਨਹੀਂ। ਸਕੂਲ 'ਚ ਭੇਜेंगे ਉਹ ਬੱਚਿਆਂ ਨੂੰ ਖਾਣ ਪੀਣ ਨੂੰ ਮਿਲੂਗਾ, ਸਕੂਲ 'ਚੋਂ ਮਿਲਦਾ ਏ, ਰਾਸ਼ਨ ਮਿਲਦਾ ਖਾਣ ਨੂੰ, ਤੇ ਵਜੀਫਾ ਵੀ ਮਿਲੂਗਾ। ਬਾਈ ਇਹਨਾਂ ਦਾ ਭਵਿੱਖ ਬਣੂਗਾ ਅੱਗੇ, ਆਪੇ ਪ੍ਰਮਾਤਮਾ ਕਿਰਪਾ ਕਰੂਗਾ। ਜਿਵੇਂ ਹੁਣ ਤੁਹਾਨੂੰ ਐਡੀ ਦਿੱਕਤ ਆਉਣ ਦੇ ਕਾਰਨ ਵੀ ਇੱਕ ਕਲਾ ਦਿੱਤੀ ਆ, ਫਿਰ ਵੀ ਤੁਸੀਂ ਫਿਰ ਰਹੇ ਹੋ, ਤੇ ਕੋਸ਼ਿਸ਼ ਕਰੋ, ਪ੍ਰਮਾਤਮਾ ਆਪੇ ਸਾਰਾ ਬਾਂਹ ਫੜੂ। ਇਹ ਗੱਲ ਦੇਖੋ ਐਂ ਜੀ, ਕਿ ਦੇਖੋ ਕੋਈ ਪਿੰਡ ਦਾ ਬੰਦਾ ਇਸ ਤਰ੍ਹਾਂ ਜਿਵੇਂ ਆਪ ਸਮਝਾ ਰਹੇ ਹੋ, ਇਸ ਤਰ੍ਹਾਂ ਕੋਈ ਮਦਦ ਕਰਨ ਵਾਲਾ ਹੋਵੇ ਕਿ ਦੇਖੋ ਮਦਦ ਤੋਂ ਸਹਾਰਾ ਤੋਂ ਚਾਹੀਦਾ ਹੈ। ਜਿਵੇਂ ਹੁਣ ਦੇਖੋ ਮੈਂ ਦੁਖੀਆ ਮਜਬੂਰ ਇਨਸਾਨ, ਅੱਖਾਂ ਨਹੀਂ ਹੈਗੀਆਂ। ਹੁਣ ਮੈਂ ਕਹਿੰਦਾ ਹੂੰ, ਮੈਂ ਵੈਸੇ ਤਾਂ ਇਹ ਸਾਰੇ ਡੇਰੇ ਦੇ ਵਿੱਚ ਆਪਣੇ ਜਿੰਨੀਆਂ ਝੁੰਗੀਆਂ ਮੈਂ ਚੱਲਦਾ ਫਿਰਦਾ ਹੀ ਰਹਿਣਾ, ਚਾਹੇ ਮੈਂ ਕਿਸੇ ਨਾਲ ਟਕਰਾਵਾਂ, ਮੈਂ ਕੋਸ਼ਿਸ਼ ਕਰਦਾ। ਲੇਕਿਨ ਜਦ ਤੱਕ ਕੋਈ ਟੁੱਕਰ ਵੀ ਹੋ ਜਾਂਦੀ ਆ। ਦੇਖੋ ਅਬ ਇਹ ਤਾਂ ਦੇਖੋ ਜਦ ਅੱਖਾਂ ਹੈ ਨਹੀਂ ਤੇ ਤਾਂ ਹੋ ਸਕਦਾ ਕਦੇ ਇੱਟ ਦੀ ਵੱਜ ਗਈ, ਕਦੇ ਮੈਂ ਡਿੱਗ ਗਿਆ, ਇਹ ਤਾਂ ਹੁੰਦਾ ਚੱਲਦਾ ਰਹਿੰਦਾ ਹੀ ਹੈ। ਮੈਂ ਸਕੂਟਰੀ ਚਲਾਉਂਦਾ, ਉਹ ਮੇਰਾ ਘਰ ਵਾਲੀ ਦਾ ਇਸ਼ਾਰਾ, ਮੈਨੂੰ ਇੱਕ ਪਰਮੇਸ਼ਵਰ ਦਾ ਸਹਾਰਾ, ਘਰ ਵਾਲੀ ਦਾ ਇਸ਼ਾਰਾ, ਪਰਮੇਸ਼ਵਰ ਦਾ ਸਹਾਰਾ। ਤੇ ਕੀ ਕਹਿੰਦੇ ਨੇ, ਹੁਣ ਦੇਖੋ ਸਹਾਰਾ ਤਾਂ ਹੋਣਾ ਚਾਹੀਦਾ। ਕੋਈ ਸਾਨੂੰ ਕਵੇਗਾ, ਕੋਈ ਸਰਪੰਚ ਦੀ ਕੋਈ ਸਹੂਲਤ ਮਿਲੇਗੀ, ਕੋਈ ਮਦਦ ਕਰੇਗਾ ਸਾਨੂੰ, ਜਾ ਕੇ ਟੀਚਰ ਨਾਲ, ਕੋਈ ਮਾਸਟਰ ਨਾਲ ਗੱਲ ਹੋਵੇਗੀ, ਬੱਚਿਆਂ ਨੂੰ ਜਾ ਕੇ। ਬਾਈ ਜਿਨ੍ਹਾਂ ਦੀਆਂ ਵੋਟਾਂ ਬਣੀਆਂ ਹੋਈਆਂ ਨੇ ਉਹਨਾਂ ਕੋਲ ਤਾਂ ਬੜੇ ਆਉਂਦੇ ਨੇ, ਜਿਹੜੇ ਮੰਤਰੀ ਸੰਤਰੀ ਨੇ, ਤੁਹਾਡੇ ਕੋਲ ਨਹੀਂ ਕਦੇ ਕੋਈ ਆਇਆ? ਬਸ ਇਹੀ ਤਾਂ ਮੈਂ ਸੋਚਦਾ ਹੁੰਦਾ ਸਰ ਕਿ ਦੇਖੋ ਮੈਂ ਇਹੀ ਸੋਚ ਕੇ ਮੇਰੀ ਗੱਲ ਨੂੰ ਝੂਠ ਨਾ ਮੰਨਿਓ। ਮੈਨੂੰ ਤਾਂ ਜਦ ਦਾ ਮੈਂ ਮੋਬਾਈਲ ਫੜਿਆ ਜੀਓ ਦਾ, ਸ਼ਾਇਦ ਇਤੋਂ ਪਹਿਲਾਂ ਨਹੀਂ ਹੋਣੇ, ਮਤਲਬ ਜਦੋਂ ਦਾ ਮੈਂ ਨਾਮ ਸੁਣਿਆ ਪੱਤਰਕਾਰਾਂ ਦਾ, ਮੈਂ ਤਾਂ ਬਸ ਤੁਹਾਡਾ ਹੀ ਨਾਮ ਰੱਟਦਾ। ਪਤਾ ਕੀ ਕਿ ਕੋਈ ਮੰਤਰੀ, ਕੋਈ ਸੰਤਰੀ, ਕੋਈ ਨਹੀਂ ਆਉਂਦਾ ਸਾਡੇ ਕੋਲ। ਸਿਰਫ ਇੱਕ ਗੱਲ ਸੁਣਦੇ ਹਾਂ ਅਸੀਂ ਤਾਂ ਬਚਪਨ ਤੋਂ, ਕੰਮ ਕਰਕੇ ਖਾ। ਪਿੰਡਾਂ 'ਚ ਬਾਈ ਜਦੋਂ ਜਾਂਦੇ ਹੋ, ਲੋਕ ਪੁੱਠਾ ਸਿੱਧਾ ਵੀ ਬੋਲਦੇ ਹੋਣੇ, ਬਹੁਤ ਲੋਕ ਨੇ ਅਜਿਹੇ ਜਿਹੇ, ਪੰਜੇ ਉਂਗਲੀਆਂ ਇੱਕੋ ਸਾਰ ਨਹੀਂ। ਉਹੀ ਗੱਲ ਕਹਿ ਰਿਹਾ ਸਰ ਮੈਂ, ਜਦ ਮੈਂ ਬੰਗਣ ਜਾਂਦਾ ਸਿਰਫ ਇੱਕ ਗੱਲ ਸੁਣਦਾ ਵੀ ਕੰਮ ਕਰਕੇ ਖਾ। ਹੁਣ ਕੰਮ ਵੀ ਦੇਖੋ ਜਿਹਨੂੰ ਦਿਖਦਾ ਉਹ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ। ਖੈਰ ਮੈਂ ਤਾਂ ਮਜਬੂਰ ਇਨਸਾਨ, ਹੁਣ ਦੇਖੋ ਮਜਬੂਰ ਦੀ ਕੋਈ ਸਹੂਲਤ ਨਹੀਂ ਕਰਦੇ ਵੀ ਬਾਈ। ਤੁਸੀਂ ਵਧਾਈਓ ਮੰਗਦੇ ਹੋ, ਕੋਈ ਭੀਖ ਤਾਂ ਨਹੀਂ ਮੰਗਦੇ, ਢੋਲਕੀ ਵਜਾਉਂਦੇ ਹੋ, ਨੱਚ ਕੇ ਲੈਂਦੇ ਹੋ, ਜੋ ਤੁਹਾਡਾ ਕਿੱਤਾ ਹੈ ਉਹ ਕਰਦੇ ਹੋ, ਫਿਰ ਵੀ ਤੁਹਾਡਾ ਕਿੱਤਾ ਹੀ ਹੈ ਇਹ, ਤੁਸੀਂ ਉਹ ਕਰਦੇ ਹੋ, ਮੰਗਦੇ ਉੱਦਾਂ ਤਾਂ ਨਹੀਂ ਮੰਗਦੇ ਤੁਸੀਂ। ਦੇਖੋ ਸਰ ਇਹ ਇੱਕ ਸੋਚਣ ਵਾਲੀ ਗੱਲ ਹੈ। ਦੇਖੋ ਆਪਾਂ ਜਿਹੜੇ ਡੀਜੇ ਹੁੰਦੇ ਨੇ, ਡੀਜੇ ਤੇ ਇੰਨਾ ਦੁਨੀਆ ਪੈਸਾ ਖਿਲਾਰ ਦਿੰਦੀ ਹੋਣੀ, ਜਿਹੜੇ ਗਾਉਣ ਨੱਚਣ ਵਾਲੀਆਂ ਹਰ ਕਸ਼ਟ ਵਾਲੀ ਦੁਨੀਆ ਲਿਆਉਂਦੀ, ਪੈਲਸਾਂ 'ਚ ਵਿਆਹ ਕਰਦੇ ਨੇ, ਵਿਆਹ ਆਪਣੇ, ਬਾਕੀ ਬਹੁਤ ਹੋਰ ਖਰਚੇ ਹੋ ਜਾਂਦੇ ਨੇ, ਚਾਹੇ ਲੱਖ ਹੋ ਜਾਣ, 2 ਲੱਖ, 4 ਲੱਖ, 10 ਲੱਖ, ਜਿੰਨਾ ਵੀ ਹੋ ਸਕਦਾ। ਆਪਣਾ ਮਨੋਰੰਜਨ, ਖੁਸ਼ੀ ਸਭੀ ਕਰਦੇ ਨੇ ਆਪਣੀ ਖੁਸ਼ੀ ਵਾਸਤੇ, ਆਪਣੇ ਬੱਚਿਆਂ ਵਾਸਤੇ। ਲੇਕਿਨ ਦੇਖੋ ਪੁੰਨ ਵੀ ਬਹੁਤ ਜ਼ਰੂਰੀ ਹੈ। ਬਹੁਤ ਸੇ ਲੋਕ ਐਸੇ ਮਿਲਦੇ ਨੇ ਜਿਹੜੇ 5 ਰੁਪਏ ਦੇ ਕੇ 10 ਰੁਪਏ ਕਹਿ ਦਿੰਦੇ ਨੇ ਕਿ ਬਹੁਤ ਹੈ ਬਸ ਜਿੰਨਾ ਦੇ। ਤਾਂ ਹੁਣ ਦੇਖੋ ਅੱਜ ਕੱਲ੍ਹ ਦੀ ਮਹਿੰਗਾਈ ਦਾ ਇੰਨਾ ਹੈ ਕਿ ਇਹ ਜਿਹੜੀ ਮੇਰੀ ਗੁੱਡੀਆ ਹੈ, ਇਹਨੂੰ ਅਗਰ ਮੈਂ ਕਹਿ ਦਾਂ ਕਿ ਬੇਟਾ ਪਾਣੀ ਪੀ ਲੈ, ਇਹ ਕਹਿੰਦੀ ਮੈਨੂੰ ਠੰਡਾ ਲੈ ਕੇ ਦੇ। ਅੱਛਾ, ਆ ਦੇਖੋ ਇੱਕ ਦਿਨ ਦੇ ਵਿੱਚ ਇੱਕ ਠੰਡਾ ਹੁਣ 10 ਰੁਪਏ ਚਾਹੀਦੇ ਨੇ। ਹੁਣ ਮੈਂ ਇਸ ਪੰਜਾਬ ਦਾ ਮੈਂ ਸ਼ੁਕਰਾਨਾ ਕਰਦਾ ਕਿ ਮੈਂ 20 22 25 ਹਜ਼ਾਰ ਰੁਪਏ ਬੱਚੇ ਲਗਾ ਕੇ ਮੈਂ ਬੱਚਾ ਨਹੀਂ ਬਚਾ ਸਕਿਆ, ਔਰ ਇੱਥੇ ਮੈਂ ਸਿਰਫ 10 ਰੁਪਏ ਦੀ ਦਵਾਈ ਨਾਲ ਮੈਂ
ਜਦ ਵੀ ਮੈਂ ਦਵਾਈ ਲਿਆਉਂਦਾ ਬੱਚਾ ਮੇਰਾ ਠੀਕ ਹੋ ਜਾਂਦਾ। ਦੇਖੋ 10 ਰੁਪਏ ਨਾਲ ਮੈਂ ਡਾਕਟਰ ਦਾ ਕੰਮ ਸਾਰ ਲੈਣਾ। ਇੰਨਾ ਮਹਿੰਗਾਈ ਦਾ ਜ਼ਮਾਨਾ ਹੈ कि देखो आजकल 100-200 बिना दवाई भी नहीं आ सकती। ये तो एक पंजाब की देन है, उस मालक की देन है। अपने पंजाब इलाका ऐसा है कि 10-20 रुपये की तरस खा के दवाई दे देंदा। नहीं तो अजकल इन्ना महंगाई का जमाना कि 500-400 तो सरदा भी नहीं है। तो देखो मंगण जाते तो अगला कोई किस तरह मिलता, कोई किस तरह मिलता। ਹੁਣ ਤੁਸੀਂ ਸਕੂਟਰੀ ਚਲਾ ਕੇ ਵੀ ਦਿਖਾ ਦੇਂਗੇ ਸਾਨੂੰ ਜਿਹੜਾ ਤੁਹਾਡਾ ਹੈ? हाँ सर कोई ਅਸੀਂ ਚਲਾਉਂਦੇ ਆ ਭਾਈ, ਚਲਾ ਕੇ ਦਿਖਾ ਦੇਂਗੇ। ਘਰ ਵਾਲੀ ਦੇ ਨਾਲ ਚਲਾਉਂਗਾ ਭਾਈ, ਇਕੱਲਾ ਨਹੀਂ ਮੈਂ ਚਲਾ ਸਕਦਾ। ਹਾਂ, ਜਦੋਂ ਕਿ ਤੁਹਾਡਾ ਜਿਹੜਾ ਮੇਨ ਕੰਮ ਆ ਉਹ ਕਰਦੀ ਹੈ ਨਾ, ਤੁਹਾਡੀ ਮੈਸੇਜ ਕਰਦੀ ਹੈ ਸਾਰਾ ਤੁਹਾਨੂੰ ਦੇਖਣ ਦਾ ਕੰਮ। ਹਾਂ ਸਰ ਉਹ ਮਦਦ ਆਪਾਂ ਦੋਵੇਂ ਰਲ ਮਿਲ ਕੇ ਕਰਦੇ ਆ। ਤੁਹਾਨੂੰ ਤਾਂ ਉਹ ਜਿੱਦਾਂ ਕਹਿੰਦੇ ਆ ਜੋੜ ਲਿਆ ਗੱਡੇ ਦੇ ਵਿੱਚ, ਡਰਾਈਵਰ ਤਾਂ ਉਹ ਹੈ ਹੈਨਾ। ਪੁਲਿਸ ਵਾਲੇ ਨੇ ਹੱਥ ਮਾਰਿਆ। ਇਹ ਕਹਿੰਦੀ ਪੁਲਿਸ ਵਾਲਾ ਹੱਥ ਮਾਰਿਆ, ਕਹਿੰਦਾ ਕੀ ਗੱਲ ਭਜਾਈ ਜਾਣਾ। ਮੈਂ ਕਿਹਾ ਬਈ ਭਜਾ ਕੇ ਹੀ ਜਾਣਾ। ਅੱਛਾ। ਹਾਂ ਮੈਂ ਕਹਾਂ ਦੇਖ ਤੁਰ ਕੇ ਤੇ ਨਹੀਂ ਚੱਲ ਨਹੀਂ ਸਕਦੇ ਨਾ ਸਕੂਟਰੀ, ਤੁਰ ਕੇ ਤੇ ਨਹੀਂ ਲੈ ਜਾ ਸਕਦੇ। ਕਹਿੰਦਾ ਕਿਉਂ ਕੀ ਗੱਲ ਹੋ ਗਈ। ਮੈਂ ਕਿਹਾ ਦਿਖਦਾ ਨਹੀਂ ਕਿ ਸਾਲਾ ਬੇਵਕੂਫ ਬਣਾਉਣਾ। ਅੱਛਾ। ਮੈਂ ਕਿਹਾ ਭਾਈ ਇਹ ਤੇ ਬੇਵਕੂਫ ਬਣਾਉਣ ਵਾਲੀ ਕੀ ਗੱਲ ਹੈ। ਮੈਂ ਪੀਜੀਆਈ ਚੱਲਿਆ ਭਾਈ, ਤੂੰ ਵੀ ਨਾਲ ਆ ਜਾ। ਆਪਦੀਆਂ ਅੱਖਾਂ ਚੈੱਕ ਕਰਾਉਣ ਚੱਲਿਆ ਮੈਂ, ਜੇ ਕੋਈ ਝੂਠ ਹੈ ਤਾਂ ਤੂੰ ਵੀ ਨਾਲ ਆ ਜਾ। ਅੱਛਾ। ਤੇ ਆਪਣੀ 5 ਰੁਪਏ ਦੀ ਪਰਚੀ ਕੱਟੀ ਸਿਰਫ ਉੱਥੇ। ਮੈਂ ਵੈਸੇ ਡਰ ਗਿਆ ਬਹੁਤ ਤਕੜਾ। ਮੇਰੀ ਘਰ ਵਾਲੀ ਕਹਿੰਦੀ ਤਾਂ ਹਸਪਤਾਲ ਬਹੁਤ ਵੱਡਾ। ਨਹੀਂ ਪੁਲਿਸ ਵਾਲੇ ਨੇ ਫਿਰ ਤੁਹਾਨੂੰ ਉਦਾਂ ਹੀ ਛੱਡਤਾ? हाँ कहता सर उन्हें कि जाओ, कहने दुखिया कहने जाओ। हाँ देखो एक उस कुदरत मैनू डर लग गया कि मैनू कुछ ना कुछ कहूगा। मैं एक अरदास की बेनती करिए रब दे अगे कि मालिक मैनू कोई अड़चन पैदा ना हो। वास्तव में रब मेरे नाल है। चंडीगढ़ गए थे? चंडीगढ़ गई थी सर, पीजीए गई थी मैं। ले मैनू सलाह किने दिती थी, पीसी शर्मा होना शायद ਉਹਦਾ नाम अंबाला। मैं ਉਹਦੇ ਗਿਆ थी, ਉਹਨੇ शायद मेरे को 750 रुपये की दवाई दी चैकअप करके कि पुत तेरी निगाह बनती नहीं है। वो भी अपने वर्गा मुंडा है कि भाई साहब शायद किन्नी उम्र होगी मैं अंदाजे नाल बता सकदा। ਉਹਦੀ होगी ये ਤੁਹਾਡੇ की जिन्नी होगी शायद। वो भाई कह के बोल रहे कि भाई साहब कि थोड़ी निगाह बनती नहीं है। वैसे तो मैं अगर बनती होंदी थोड़ा खर्चा भी करा दिंदा, प्राइवेट हस्पताल है। पर मैं थोड़ा खर्चा इसलिए नहीं कराऊंगा कि थोड़ी निगाह बनती नहीं है। वैसे मैं तेनों 750 रुपये की दवाई देना। मैं पैसा अपने को हैगा थी 1500 रुपया मैं लेके गया थी अपने भाईचारे तो। मैं पापा मेरा जिਉਂਦਾ थी ज़्यादा। तो ਉਹਨੇ 750 रुपये की दवाई दी कि ਇਹਦੇ ਨਾਲ ਜੇ ਫਰਕ ਪਿਆ ਤਾਂ ਮੁੜ ਕੇ ਆ ਜੀ, ਨਹੀਂ ਤਾਂ ਆਉਣ ਦੀ ਲੋੜ ਨਹੀਂ। ਵੈਸੇ ਤੇਰੀ ਨਿਗਾਹ ਬਣਦੀ ਨਹੀਂ। ਕਿੱਥੇ ਪਿਆ ਫਿਰ ਕੋਈ ਫਰਕ ਨਹੀਂ ਪਿਆ ਸਰ। ਔਰ ਜ਼ਿਆਦਾ ਨਿਗਾਹ ਡਾਊਨ ਨਹੀਂ ਹੁੰਦੀ ਜਾਂਦੀ ਹੁਣ। ਕੀ ਅਪੀਲ ਕਰਾਂਗੇ ਉਹ ਸਰਕਾਰਾਂ ਨੂੰ ਅਤੇ ਸਾਡੇ ਦੇਖਣ ਵਾਲੇ ਸਰੋਤਿਆਂ ਨੂੰ? ਕੀ ਚਾਹੁੰਦੇ ਹੋ, ਕਿਹੀ ਜੀ ਮਦਦ ਚਾਹੁੰਦੇ ਹੋ ਤੁਸੀਂ ਕਿ ਕਰਨ? देखो सर ये तो बहुत आपने बहुत अच्छा सवाल कराया कि देखो अगला सोचे कि की मदद करी जाए। मदद का कोई ठिकाना भी नहीं है। जिस तरह भी ਉਹਨੂੰ ਚੰਗਾ ਲੱਗਦਾ ਮਦਦ ਕਰਨਾ, ਉਸੇ ਤਰ੍ਹਾਂ ਮਦਦ ਕਰ ਸਕਦਾ ਹਾਂ। कि देखो मैं ਦਿਹਾੜੀ ਜੋਗਾ भी नहीं है, कोई काम भी वैसे नहीं कर सकता। मेरे को तो एक हुनर है कि घर वाली मेरे नाल जाऊगी, मैं साइकिल स्कूटरी चला सकदा, कि ढोलकी बजा सकदा, गा सकदा। ये काम है मेरे को। तो देखे जहें जे भी जितों मदद बन सकती है। पहली गल तो यह हैगी कि अपने आम लोगों तो जिन्ने भी आप पिंडा च घूमते हैं, जिथे तक लोग बसते धरती हैगी है, जितों भी आवाज़ जिथे भी अपनी जा रही, जो कोई देख रहे ने सुन रहे ने, जहें जी ओ तो मदद होंदी है ऐ जी मदद कर सकदा। ओ जेड़ा मदद करदा मैं तह दिल तो शुक्रिया अदा करदा ते हथ जोड़ के विनती करदा, मालक के अरदास करदा कि जेड़ा मेरी मदद करदा, मेरे वर्गे दुखियां दी मदद करदा, ओदी कदम कदम पर रेफरी करना। मेरे मालिक सच्चे बादशाह ओदी मदद ओ कर हर टाइम ओदे नाल रहूगा कि जो दुखियां दी मदद करदा रब ओदी मदद करदा। एक बार अपना मोबाइल नंबर जरूर दस दो फिर। सर अपना मोबाइल नंबर हैगा, मैं याद भी रखदा। जे आप भी बोलोगे मेरे दिमाग की मेमोरी हैगी, मैनू आ शायद तुहाडा नंबर भी याद हैगा। आपने पहले बोलिया थी। मेरे को ये रब दा दिता एक दिमाग हैगा, इसलिए मेरा आपदा नंबर भी मैनू याद है। अपना दस दो नंबर। आपदा नंबर अपना हैगा 6283 88 64 ते 68 जी। एक बार फिर नंबर होर दसना सर। 6283 88 64 ਤੇ 68 ਜੀ। ਧੰਨਵਾਦ ਜੀ। ਇਹ ਆਪਣਾ ਨੰਬਰ। ਸੋ ਜ਼ਰੂਰ ਅਸੀਂ ਆਪਣੇ ਸਰੋਤਿਆਂ ਨੂੰ, ਦੇਖਣ ਵਾਲਿਆਂ ਨੂੰ ਅਤੇ ਸਰਕਾਰ ਨੂੰ ਇਹੀ ਗੁਜ਼ਾਰਿਸ਼ ਕਰਾਂਗੇ ਕਿ ਜਿੱਥੇ ਉਹ ਹੋਰ ਬਹੁਤ ਵੱਡੇ ਕੰਮ ਕਰ ਰਹੇ ਨੇ, ਵੱਡੇ ਐਲਾਨ ਕਰ ਰਹੇ ਨੇ, ਪੰਜਾਬ ਨੂੰ ਸੁਧਾਰਨ ਦੇ ਲਈ ਦਿਨ ਰਾਤ ਇੱਕ ਕਰ ਰਹੀਆਂ ਨੇ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ, ਉਹ ਇਹਨਾਂ ਵੀਰਾਂ ਵੱਲ ਵੀ ਧਿਆਨ ਦੇਣ। ਇਹ ਜੋ ਝੁੱਗੀ ਝੋਪੜੀਆਂ ਵਾਲੇ, ਢੋਲਕੀਆਂ ਵਾਲੇ,
ਨੇ ਜਿਹੜੇ ਉਹਨਾਂ ਦੇ ਵਿੱਚ ਕਿੱਦਾਂ ਦੇ ਪਰਿਵਾਰ ਨੇ ਜਿਹੜੇ ਜਿਨ੍ਹਾਂ ਨੂੰ ਦਿਖਦਾ ਵੀ ਨਹੀਂ ਬੱਚੇ ਕਿੱਦਾਂ ਪਾਲਦੇ ਨੇ, ਇਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ ਤਾਂ ਕਿ ਇਹਨਾਂ ਦੀ ਵੀ ਜ਼ਿੰਦਗੀ ਬਣ ਸਕੇ, ਇਹਨਾਂ ਦੇ ਬੱਚੇ ਵੀ ਸਕੂਲਾਂ 'ਚ ਪੜ੍ਹ ਸਕਣ, ਆਪਣਾ ਜਿਹੜਾ ਆਉਣ ਵਾਲਾ ਭਵਿੱਖ ਆ ਉਹ ਚਮਕਾ ਸਕਣ। ਇਹਨਾਂ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ। ਹੁਣ ਸਕੂਟਰੀ ਆ ਜਿਹੜੀ ਉਹ ਜ਼ਰੂਰ ਚਲਵਾ ਕੇ ਦੇਖਾਂਗੇ। ਸੋ ਅਸੀਂ ਤੁਹਾਨੂੰ ਪਲ ਪਲ ਦੀ ਅਪਡੇਟ ਦਿੰਦੇ ਰਹਾਂਗੇ, ਅਜਿਹੀਆਂ ਸ਼ਖਸੀਅਤਾਂ ਨਾਲ ਮਿਲਾਉਂਦੇ ਰਹਾਂਗੇ। ਤੁਸੀਂ ਦੇਖਦੇ ਰਹੋ ਪੰਜਾਬੀ ਲੋਕ ਚੈਨਲ। ਤੁਸੀਂ ਕੁਝ ਕਹਿਣ ਲੱਗੇ ਸੀਗੇ? हाँ सर, एक विनती है, मेरी एक ख्वाहिश है कि मैं ਕਿਸੇ ਆਪਣੇ ਪਿੰਡ ਦੇ ਮੁੰਡੇ ਨੂੰ ਕਹਿਣਾ ਜਿਹਦੇ ਕੋਲ ਟੱਚ ਮੋਬਾਈਲ ਹੁੰਦਾ, ਨੱਠਦਾ ਮੈਂ ਗਾਣਾ ਗਾ ਕੇ ਵੀਡੀਓ ਬਣਾਉਣਾ। ਜਿਹਨੂੰ ਵੀ ਮੇਰੀ ਵੀਡੀਓ ਚੰਗੀ ਲੱਗਦੀ, ਮੇਰੀ ख्वाहिश ਹੈ ਕਿ ਮੇਰੀ ਤਾਂ ਇੱਕ ਹੀ ख्वाहिश ਹੈ ਕਿ ਮੈਂ ਸੰਗੀਤਕਾਰ ਬਣ ਜਾਵਾਂ, ਕਿ ਮੈਂ ਬਸ ਆਪਣੇ ਪੈਰਾਂ 'ਤੇ ਹੋ ਕੇ ਖੜਾ ਹੋ ਜਾਵਾਂ, ਆਪਣੇ ਪੈਰਾਂ 'ਤੇ, ਕਿ ਮੈਂ ਆਪਣੇ ਆਪ ਦੀ ਰੋਜੀ ਰੋਟੀ ਕਮਾਇਆ ਕਰਾਂ। ਇਹ ਮੈਨੂੰ ਸ਼ੌਂਕ ਹੈ ਸਰ ਗਾਉਣ ਦਾ। ਗਾਉਣ ਦਾ ਸ਼ੌਂਕ ਆ, ਸੋ ਮਦਦ ਜ਼ਰੂਰ ਕੀਤੀ ਜਾਵੇ। ਵੀਡੀਓ ਆ ਜਿਨ੍ਹਾਂ ਕੋਲ ਮੋਬਾਈਲ ਆ ਬਣਾ ਕੇ ਉਹ ਵੀ ਜ਼ਰੂਰ ਵਾਇਰਲ ਇਹਨਾਂ ਦੀ ਵੀਡੀਓ ਕਰਨ, ਸੋਸ਼ਲ ਮੀਡੀਆ ਤੇ ਅੱਗੇ ਤੋਂ ਅੱਗੇ ਪਹੁੰਚੇ। ਤੋ ਅਸੀਂ ਤੁਹਾਨੂੰ ਇੱਦਾਂ ਦੀਆਂ ਜਾਣਕਾਰੀਆਂ ਦਿੰਦੇ ਰਹਾਂਗੇ, ਅਜਿਹੀਆਂ ਸ਼ਖਸੀਅਤਾਂ ਨਾਲ ਮਿਲਾਉਂਦੇ ਰਹਾਂਗੇ। ਸੋ ਜ਼ਰੂਰ ਇਹਨਾਂ ਦੀ ਮਦਦ ਕਰਨਾ। ਸੋ ਸਾਨੂੰ ਦਿਓ ਆਗਿਆ। ਧੰਨਵਾਦ।